ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ ਔਰ ਉਸ ਦੀ ਯੂਨਿਟ ਹੈ ਜਿਹੜੀ ਉਹ ਆਪਾਂ ਕਰਾਂਗੇ 21 ਨੰਬਰ ਯੂਨਿਟ। ਹੁਣ 21 ਨੰਬਰ ਯੂਨਿਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਵਿਲ ਜਾਂ ਫਿਰ ਸ਼ੈਲ। ਹੁਣ ਦੇਖੋ ਵਿਲ ਅਤੇ ਸ਼ੈਲ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਆਪਾਂ ਨੂੰ ਪਤਾ ਸਾਰਿਆਂ ਨੂੰ ਆਪਾਂ ਟੈਂਸਸ ਨੇ ਜਿਹੜੇ ਚੰਗੀ ਤਰ੍ਹਾਂ ਕੀਤੇ ਨੇ ਕਿ ਵਿਲ ਅਤੇ ਸ਼ੈਲ ਦਾ ਯੂਜ਼ ਆਪਾਂ ਫਿਊਚਰ ਦੇ ਲਈ ਕਰਦੇ ਹਾਂ, ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਕੰਮ ਕਰਾਂਗੇ ਜਾਂ ਕੋਈ ਕੰਮ ਹੋਵੇਗਾ ਉੱਥੇ ਆਪਾਂ ਵਿਲ ਅਤੇ ਸ਼ੈਲ ਦਾ ਯੂਜ਼ ਕਰਦੇ ਹਾਂ। ਹੁਣ ਇਸ ਤੋਂ ਜਿਹੜੀਆਂ ਆਪਾਂ ਪਿਛਲੀਆਂ ਦੋ ਯੂਨਿਟ ਕੀਤੀਆਂ ਨੇ 19 ਅਤੇ 20 ਨੰਬਰ, ਉਸ ਦੇ ਵਿੱਚ ਵੀ ਆਪਾਂ ਫਿਊਚਰ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਆਪਾਂ ਇੱਕ ਤਾਂ ਯੂਜ਼ ਕੀਤਾ ਸੀ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਔਰ ਇੱਕ ਆਪਾਂ ਯੂਜ਼ ਕੀਤਾ ਸੀ ਬੀ ਗੋਇੰਗ ਟੂ। ਹੁਣ ਫਰਕ ਕੀ ਹੈ, ਉਹ ਵੀ ਆਪਾਂ ਫਿਊਚਰ ਦੇ ਲਈ ਯੂਜ਼ ਕੀਤਾ ਸੀ ਤੇ ਇਹਨੂੰ ਵੀ ਆਪਾਂ ਫਿਊਚਰ ਦੇ ਲਈ ਯੂਜ਼ ਕਰਨਾ ਹੈ। ਵਿਲ ਅਤੇ ਸ਼ੈਲ ਹੈ ਜਿਹੜੇ ਉਹ ਤਾਂ ਮਤਲਬ ਫਿਊਚਰ ਦੇ ਲਈ ਯੂਜ਼ ਹੁੰਦੇ ਹੀ ਨੇ, ਆਪਾਂ ਟੈਂਸਾਂ ਦੇ ਵਿੱਚ ਕਰਦੇ ਹਾਂ। ਬਟ ਜਿਹੜੇ ਆਪਾਂ ਬੀ ਗੋਇੰਗ ਟੂ ਅਤੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦਾ ਆਪਾਂ ਕਿਸ ਤਰ੍ਹਾਂ ਯੂਜ਼ ਫਿਊਚਰ ਦੇ ਲਈ ਕਰਦੇ ਹਾਂ ਉਹ ਆਪਾਂ ਪਿਛਲੀਆਂ ਯੂਨਿਟ ਦੇ ਵਿੱਚ ਕੀਤਾ, ਤੁਸੀਂ ਉੱਥੇ ਦੇਖ ਸਕਦੇ ਹੋ। ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਦੱਸ ਦੇਣਾ ਚਾਹਣਾ ਕਿ ਆਪਾਂ ਬੀ ਗੋਇੰਗ ਟੂ ਜਾਂ ਫਿਰ ਪ੍ਰੈਜ਼ੈਂਟ ਕੰਟੀਨਿਊਸ ਦਾ ਜਿਹੜਾ ਯੂਜ਼ ਹੈ ਫਿਊਚਰ ਦੇ ਲਈ ਉਦੋਂ ਕਰਦੇ ਹਾਂ ਜਦੋਂ ਆਪਾਂ ਜਿਸ ਕੰਮ ਬਾਰੇ ਗੱਲ ਕਰ ਰਹੇ ਹਾਂ ਕਿ ਮੈਂ ਕੱਲ ਨੂੰ ਆਹ ਕੰਮ ਕਰਾਂਗਾ ਜਾਂ ਫਿਰ ਮੈਂ ਅਗਲੇ ਸੈਟਰਡੇ ਮੁੰਬਈ ਜਾਵਾਂਗਾ, ਆਪਾਂ ਉਦੋਂ ਯੂਜ਼ ਕਰਦੇ ਹਾਂ ਬੀ ਗੋਇੰਗ ਟੂ ਜਾਂ ਫਿਰ ਪ੍ਰੈਜ਼ੈਂਟ ਕੰਟੀਨਿਊਸ ਦਾ ਜਦੋਂ ਆਪਾਂ ਪਹਿਲਾਂ ਤੋਂ ਡਿਸਾਈਡ ਕੀਤਾ ਹੋਵੇ, ਜਦੋਂ ਆਪਾਂ ਕੋਈ ਕੰਮ ਪਹਿਲਾਂ ਤੋਂ ਹੀ ਡਿਸਾਈਡ ਕਰ ਰੱਖਿਆ ਹੈ ਔਰ ਹੁਣ ਫਿਰ ਜਾ ਕੇ ਆਪਾਂ ਕਹਿੰਦੇ ਆ ਕਿ ਮੈਂ ਇਹ ਕੰਮ ਕਰਾਂਗਾ, ਉੱਥੇ ਆਪਾਂ ਬੀ ਗੋਇੰਗ ਟੂ ਦਾ ਯੂਜ਼ ਕਰਦੇ ਹਾਂ। ਸੋ ਉਹ ਡਿਟੇਲ ਦੇ ਵਿੱਚ ਆਪਾਂ ਨਹੀਂ ਜਾਵਾਂਗੇ, ਤੁਸੀਂ ਪਿੱਛੇ ਕਰ ਚੁੱਕੇ ਹੋ। ਫਿਲਹਾਲ ਆਪਾਂ ਗੱਲ ਕਰਾਂਗੇ ਤੇ ਵਿਲ ਤੇ ਸ਼ੈਲ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ। ਉਸ ਦੇ ਲਈ ਸਭ ਤੋਂ ਪਹਿਲਾਂ ਕੁਝ ਕੁ ਰੂਲਸ ਨੇ, ਬਹੁਤ ਈਜ਼ੀ ਨੇ, ਤੁਸੀਂ ਇਹ ਸਮਝੋ ਕਿ ਆਪਾਂ ਕਿੱਥੇ ਵਿਲ ਦਾ ਯੂਜ਼ ਕਰਾਂਗੇ। ਉਸ ਤੋਂ ਬਾਅਦ ਆਪਾਂ ਇਸ ਦੀਆਂ ਐਕਸਰਸਾਈਜ਼ ਨੇ ਜਿਹੜੀਆਂ ਉਹ ਕਰਾਂਗੇ। ਸਭ ਤੋਂ ਪਹਿਲਾਂ ਦੇਖੋ ਫਸਟ, ਵੀ ਯੂਜ਼ ਆਈ ਵਿਲ, ਮਤਲਬ ਕਿ ਅਸੀਂ ਵਿਲ ਦਾ ਯੂਜ਼ ਕਰਾਂਗੇ ਸਬਜੈਕਟ ਦੇ ਨਾਲ। ਕਦੋਂ ਕਰਾਂਗੇ? when we have just decided to do something, ਜਦੋਂ ਅਸੀਂ just decide, ਜਦੋਂ ਅਸੀਂ ਹੁਣੇ ਡਿਸਾਈਡ ਕਰਦੇ ਹਾਂ ਕੋਈ ਕੰਮ ਕਰਨ ਦਾ। when we say, ਜਦੋਂ ਅਸੀਂ ਕਹਿੰਦੇ ਆ I will do something, ਜਦੋਂ ਅਸੀਂ ਕਹਿੰਦੇ ਕਿ ਮੈਂ ਕੋਈ ਕੰਮ ਮੈਂ ਕਰੂੰਗਾ, I will do something, we announce our decision, ਤਾਂ ਅਸੀਂ ਆਪਣਾ ਡਿਸੀਜਨ ਅਨਾਉਂਸ ਕਰਦੇ ਹਾਂ। ਮਤਲਬ ਕਿ ਜੋ ਕੰਮ ਆਪਾਂ ਕਰਨ ਦੇ ਲਈ ਕਹਾਂਗੇ ਕਿ I will go to ਮੁੰਬਈ, ਮੰਨ ਲਓ ਆਪਾਂ ਇਸ ਤਰ੍ਹਾਂ ਕਹਿੰਦੇ I will go to ਮੁੰਬਈ, ਜਾਂ ਫਿਰ ਆਪਾਂ ਕਹਾਂਗੇ I will do my work, ਤਾਂ ਆਪਾਂ ਸਿਰਫ ਜਿਸ ਵਕਤ ਗੱਲ ਕਰ ਰਹੇ ਹਾਂ ਉਸ ਵਕਤ ਔਨ ਦਾ ਸਪੋਰਟ ਹੀ ਆਪਾਂ ਕੋਈ ਕੰਮ ਆਪਾਂ ਅਨਾਉਂਸ ਕਰਦੇ ਹਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਕੰਮ ਕਰੂੰਗਾ। ਪਹਿਲਾਂ ਤੋਂ ਕੋਈ ਡਿਸਾਈਡ ਨਹੀਂ ਹੁੰਦਾ। ਜੇਕਰ ਆਪਾਂ ਕੋਈ ਕੰਮ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਉਹ ਪਹਿਲਾਂ ਤੋਂ ਡਿਸਾਈਡ ਹੈ ਵੀ ਆਪਾਂ ਆਹ ਕੰਮ ਕਰਨਾ ਹੈ, ਪਹਿਲਾਂ ਤੋਂ ਆਪਾਂ ਨੂੰ ਪਤਾ ਹੈ, ਫਿਰ ਆਪਾਂ ਬੀ ਗੋਇੰਗ ਟੂ ਦਾ ਜਾਂ ਫਿਰ ਕੰਟੀਨਿਊ ਦਾ ਯੂਜ਼ ਕਰਦੇ ਹਾਂ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਕੀਤਾ। ਹੁਣ ਇਸ ਦੇ ਵਿੱਚ ਜਦੋਂ ਮੌਕੇ ਤੇ ਹੀ ਕੋਈ ਆਪਾਂ ਡਿਸੀਜਨ ਅਨਾਉਂਸ ਕਰਦੇ ਹਾਂ ਉੱਥੇ ਆਪਾਂ ਵਿਲ ਦਾ ਯੂਜ਼ ਕਰਨਾ। ਜਿਸ ਤਰ੍ਹਾਂ ਦੇਖੋ ਐਗਜ਼ਾਮਪਲ, ਕਹਿੰਦਾ ਵਾਟ ਵੁੱਡ ਯੂ ਲਾਈਕ ਟੂ ਡਰਿੰਕ। ਆਪਾਂ ਮੰਨ ਲਓ ਕਿਤੇ ਹੋਟਲ ਦੇ ਵਿੱਚ ਜਾਂ ਕਿਤੇ ਬੈਠੇ ਹਾਂ, ਅਚਾਨਕ ਆਪਣੇ ਕੋਲ ਕੋਈ ਵੇਟਰ ਆਉਂਦਾ, ਆਪਾਂ ਨੂੰ ਪੁੱਛਦਾ ਉਹ ਵਾਟ ਵੁੱਡ ਯੂ ਲਾਈਕ ਟੂ ਡਰਿੰਕ, ਤੁਸੀਂ ਕੀ ਲੈਣਾ ਪਸੰਦ ਕਰੋਗੇ, ਕੀ ਪੀਣਾ ਪਸੰਦ ਕਰੋਗੇ। ਤਾਂ ਆਪਾਂ ਡਿਸੀਜਨ ਆਪਣਾ ਇੱਕਦਮ ਉਸ ਨੂੰ ਡਿਸੀਜਨ ਦਿੰਦੇ ਹਾਂ ਆਈ ਵਿਲ ਹੈਵ ਐਨ ਔਰੇਂਜ ਜੂਸ ਪਲੀਜ਼, ਕਿ ਮੈਨੂੰ ਔਰੇਂਜ ਜੂਸ ਚਾਹੀਦਾ। ਤਾਂ ਉੱਥੇ ਦੇਖੋ ਵਿਲ ਦਾ। ਹੁਣ ਇੱਥੇ ਆਪਾਂ ਇਹ ਨਹੀਂ ਕਹਾਂਗੇ ਆਈ ਐਮ ਗੋਇੰਗ ਟੂ ਹੈਵ, ਨਹੀਂ, ਉਹ ਤਾਂ ਫਿਰ ਇਸ ਤਰ੍ਹਾਂ ਹੋ ਜਾਏਗਾ ਕਿ ਮੈਂ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੋਇਆ, ਅਰੇਂਜਮੈਂਟ ਪਹਿਲਾਂ ਤੋਂ ਕੀਤੀ ਹੋਈ ਹੈ। ਨਹੀਂ, ਇਹ ਆਪਾਂ ਡਿਸੀਜਨ ਮੌਕੇ ਤੇ ਲੈਂਦੇ ਹਾਂ, ਉੱਥੇ ਆਪਾਂ ਵਿਲ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਪੰਜਾਬੀ ਦੇ ਵਿੱਚ ਹੀ ਹੋਰ ਦੱਸਦਾ। ਮੰਨ ਲਓ ਤੁਸੀਂ ਅੱਜ ਸਕੂਲ ਜਾਂ ਕਾਲਜ ਦੇ ਵਿੱਚ ਨਹੀਂ ਗਏ, ਤੁਹਾਨੂੰ ਕੁਝ ਨਹੀਂ ਪਤਾ ਕਿ ਸਕੂਲ ਦੇ ਵਿੱਚ ਕੀ ਕੰਮ ਕਰਵਾਇਆ, ਔਰ ਸ਼ਾਮ ਨੂੰ ਤੁਹਾਡਾ ਦੋਸਤ ਤੁਹਾਡੇ ਕੋਲ ਆਉਂਦਾ ਔਰ ਤੁਹਾਨੂੰ ਉਹ ਕਹਿੰਦਾ ਕਿ ਕੱਲ ਨੂੰ ਆਪਾਂ ਨੂੰ ਟੀਚਰ ਨੇ ਇਹ ਵਾਲਾ ਟੈਸਟ ਹੈ ਜਿਹੜਾ ਆਪਾਂ ਨੂੰ ਯਾਦ ਕਰਨ ਲਈ ਕਿਹਾ। ਤਾਂ ਜਦੋਂ ਤੁਸੀਂ ਉਸ ਵਕਤ ਉਸ ਨੂੰ ਕਹਿੰਦੇ ਹੋ ਆਈ ਵਿਲ ਲਰਨ ਇਟ, ਕਿ ਮੈਂ ਇਸ ਨੂੰ ਯਾਦ ਕਰ ਲਵਾਂਗਾ, ਤਾਂ ਤੁਸੀਂ ਦੇਖੋ ਮੌਕੇ ਤੇ ਹੀ ਆਪਣਾ ਡਿਸੀਜਨ ਹੈ ਜਿਹੜਾ ਅਨਾਉਂਸ ਕੀਤਾ ਕਿ ਆਈ ਵਿਲ ਲਰਨ ਇਟ, ਮੈਂ ਇਸ ਨੂੰ ਯਾਦ ਕਰ ਲਵਾਂਗਾ। ਇਹ ਜਿਹੜਾ ਕੰਮ ਹੈ ਜਿਹੜਾ ਤੁਸੀਂ ਆਈ ਵਿਲ ਲਰਨ ਇਟ, ਇਹ ਤੁਸੀਂ ਨੇ ਪਹਿਲਾਂ ਤੋਂ ਡਿਸਾਈਡ ਨਹੀਂ ਕੀਤਾ ਸੀ, ਕਿਉਂਕਿ ਤੁਹਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿ ਕੱਲ ਨੂੰ ਕੋਈ ਟੈਸਟ ਦਿੱਤਾ ਹੈ ਨਾ, ਇਸ ਲਈ ਤੁਸੀਂ ਨੇ ਮੌਕੇ ਤੇ ਹੀ ਆਪਣਾ ਡਿਸੀਜਨ ਅਨਾਉਂਸ ਕੀਤਾ ਕਿ ਮੈਂ ਯਾਦ ਕਰ ਲਵਾਂਗਾ, ਤਾਂ ਉੱਥੇ ਵਿਲ ਦਾ ਯੂਜ਼ ਕਰਾਂ। ਜੇਕਰ ਪਹਿਲਾਂ ਤੋਂ ਡਿਸਾਈਡ ਹੋਵੇ ਫਿਰ ਬੀ ਗੋਇੰਗ ਟੂ ਦਾ ਯੂਜ਼ ਆਪਾਂ ਕਰ ਸਕਦੇ ਹਾਂ। ਫਿਰ ਤੁਸੀਂ ਕਹਿ ਸਕਦੇ ਹੋ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ
ਅੱਗੇ ਜਾ ਕੇ ਕਿਸੇ ਨੂੰ ਕਹਿੰਦੇ ਹੋ ਤਾਂ ਤੁਸੀਂ ਕਹੋਗੇ ਆਈ ਐਮ ਗੋਇੰਗ ਟੂ ਲਰਨ ਮਾਈ ਟੈਸਟ ਟੂਨਾਈਟ, ਅੱਜ ਰਾਤ ਨੂੰ ਮੈਂ ਆਪਣਾ ਟੈਸਟ ਯਾਦ ਕਰਨ ਜਾ ਰਿਹਾ। ਮਤਲਬ ਕਿ ਤੁਸੀਂ ਨੇ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੋਇਆ ਕਿ ਹਾਂ ਮੈਂ ਟੈਸਟ ਯਾਦ ਕਰੂੰਗਾ। ਸੋ ਇਸ ਤਰ੍ਹਾਂ ਆਈ ਹੋਪ ਕਿ ਤੁਸੀਂ ਥੋੜਾ ਡਿਫਰੈਂਸ ਹੈ ਜਿਹੜਾ ਸਮਝ ਗਏ ਕਿਸ ਤਰ੍ਹਾਂ ਵਿਲ ਦਾ ਯੂਜ਼ ਕਰਨਾ, ਕਿਸ ਤਰ੍ਹਾਂ ਬੀ ਗੋਇੰਗ ਟੂ ਦਾ। ਅਗਲਾ ਪੁਆਇੰਟ, ਵੀ ਆਫਨ ਯੂਜ਼, ਅਸੀਂ ਅਕਸਰ ਯੂਜ਼ ਕਰਦੇ ਹਾਂ ਆਈ ਥਿੰਕ ਆਈ ਵਿਲ ਜਾਂ ਫਿਰ ਆਈ ਡੋਂਟ ਥਿੰਕ ਆਈ ਵਿਲ। ਅਸੀਂ ਅਕਸਰ ਆਈ ਥਿੰਕ ਜਾਂ ਫਿਰ ਆਈ ਡੋਂਟ ਥਿੰਕ ਤੋਂ ਬਾਅਦ ਵਿਲ ਦਾ ਹੀ ਯੂਜ਼ ਕਰਦੇ ਹਾਂ ਅਕਸਰ, 100% ਨਹੀਂ, ਹਰ ਵਾਰ ਨਹੀਂ। ਕਈ ਵਾਰ ਆਈ ਥਿੰਕ ਜਾਂ ਫਿਰ ਆਈ ਡੋਂਟ ਥਿੰਕ ਤੋਂ ਬਾਅਦ ਵੀ ਆਪਾਂ ਪ੍ਰੈਜੈਂਟ ਮਤਲਬ ਕੰਟੀਨਿਊਸ ਦਾ ਜਾਂ ਫਿਰ ਬੀ ਗੋਇੰਗ ਟੂ ਦਾ ਯੂਜ਼ ਹੋ ਸਕਦਾ ਹੈ। ਉਹ ਕਦੋਂ ਹੋਏਗਾ? ਆਉਣ ਵਾਲੀ ਐਕਸਰਸਾਈਜ਼ ਦੇ ਵਿੱਚ, ਆਪਾਂ ਆਉਣ ਵਾਲੀ ਯੂਨਿਟ ਦੇ ਵਿੱਚ ਕਰਾਂਗੇ। ਫਿਲਹਾਲ ਤੁਸੀਂ ਯਾਦ ਰੱਖਣਾ ਹੈ ਕਿ ਆਈ ਥਿੰਕ ਤੋਂ ਬਾਅਦ ਆਈ ਵਿਲ ਮਤਲਬ ਕਿ ਸਬਜੈਕਟ ਤੋਂ ਬਾਅਦ ਵਿਲ ਦਾ ਯੂਜ਼ ਕਰਾਂਗੇ, ਬੀ ਗੋਇੰਗ ਟੂ ਦਾ ਯੂਜ਼ ਨਹੀਂ ਕਰਾਂਗੇ। ਆਈ ਡੋਂਟ ਥਿੰਕ ਤੋਂ ਬਾਅਦ ਵੀ ਸਬਜੈਕਟ ਤੋਂ ਬਾਅਦ ਵਿਲ ਦਾ ਯੂਜ਼ ਕਰਾਂਗੇ, ਬੀ ਗੋਇੰਗ ਟੂ ਜਾਂ ਪ੍ਰੈਜੈਂਟ ਕੰਟੀਨਿਊਸ ਦਾ ਯੂਜ਼ ਨਹੀਂ ਕਰਾਂਗੇ। ਜਿਸ ਤਰ੍ਹਾਂ ਐਗਜ਼ਾਮਪਲ ਦੇਖੋ, ਕਹਿੰਦੇ ਆਈ ਫੀਲ ਅ ਬਿਟ ਹੰਗਰੀ, ਮੈਨੂੰ ਥੋੜੀ ਜਿਹੀ ਕਹਿੰਦਾ ਮੈਂ ਭੁੱਖ ਮਹਿਸੂਸ ਕਰ ਰਿਹਾ, ਭੁੱਖ ਲੱਗ ਰਹੀ ਹੈ। ਆਈ ਥਿੰਕ, ਮੈਨੂੰ ਲੱਗਦਾ, ਆਈ ਥਿੰਕ ਆਈ ਵਿਲ ਹੈਵ ਸਮਥਿੰਗ ਟੂ ਈਟ, ਮੈਨੂੰ ਲੱਗਦਾ ਕਿ ਮੈਨੂੰ ਕੁਝ ਖਾਣ ਨੂੰ ਚਾਹੀਦਾ। ਆਈ ਥਿੰਕ ਆਈ ਵਿਲ ਹੈਵ, ਹੈ ਨਾ, ਸਮਥਿੰਗ ਟੂ ਈਟ। ਜਾਂ ਫਿਰ ਆਈ ਡੋਂਟ ਥਿੰਕ, ਮੈਨੂੰ ਨਹੀਂ ਲੱਗਦਾ ਆਈ ਵਿਲ ਗੋ ਆਊਟ ਟੂਨਾਈਟ, ਕਿ ਮੈਂ ਅੱਜ ਰਾਤ ਨੂੰ ਬਾਹਰ ਜਾਵਾਂਗਾ। ਆਈ ਐਮ ਟੂ ਟਾਇਰਡ, ਕਿਉਂਕਿ ਮੈਂ ਬਹੁਤ ਜ਼ਿਆਦਾ ਥੱਕਿਆ ਹੋਇਆ। ਤਾਂ ਇੱਥੇ ਦੇਖੋ ਆਈ ਡੋਂਟ ਥਿੰਕ ਤੇ ਆਈ ਥਿੰਕ ਤੋਂ ਬਾਅਦ ਵਿਲ ਦਾ ਯੂਜ਼ ਕੀਤਾ ਆਪਾਂ ਨੇ, ਬੀ ਗੋਇੰਗ ਟੂ ਦਾ ਯੂਜ਼ ਨਹੀਂ ਕੀਤਾ। ਅਗਲਾ ਪੁਆਇੰਟ, ਡੂ ਨਾਟ ਯੂਜ਼ ਵਿਲ, ਵਿਲ ਦਾ ਯੂਜ਼ ਨਹੀਂ ਕਰਨਾ ਤੁਸੀਂ ਨੇ ਟੂ ਟਾਕ ਅਬਾਊਟ ਵਟ ਯੂ ਡਿਸਾਈਡਡ ਬਿਫੋਰ। ਇਹ ਉਹੀ ਚੀਜ਼ ਆ ਗਈ ਵੀ ਜੇਕਰ ਤੁਸੀਂ ਨੇ ਕੋਈ ਕੰਮ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੋਇਆ ਫਿਰ ਤੁਸੀਂ ਵਿਲ ਦਾ ਯੂਜ਼ ਨਹੀਂ ਕਰਨਾ, ਫਿਰ ਤੁਸੀਂ ਬੀ ਗੋਇੰਗ ਟੂ ਜਾਂ ਫਿਰ ਪ੍ਰੈਜੈਂਟ ਕੰਟੀਨਿਊਸ ਦਾ ਕਿਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ ਪਿੱਛੇ ਆਪਾਂ ਸਿੱਖਿਆ ਉਵੇਂ ਕਰਨਾ। ਜਿਸ ਤਰ੍ਹਾਂ ਦੇਖੋ ਇੱਥੇ ਕਹਿ ਰਿਹਾ ਆਈ ਐਮ ਗੋਇੰਗ ਔਨ ਹੌਲੀਡੇ ਨੈਕਸਟ ਸੈਟਰਡੇ। ਹੁਣ ਦੇਖੋ ਇਹ ਕਹਿ ਰਿਹਾ, ਕਹਿੰਦਾ ਮੈਂ ਅਗਲੇ ਸੈਟਰਡੇ ਮੈਂ ਛੁੱਟੀਆਂ ਤੇ ਜਾ ਰਿਹਾ ਹੌਲੀਡੇ ਤੇ। ਹੁਣ ਦੇਖੋ ਨੈਕਸਟ ਸੈਟਰਡੇ ਮਤਲਬ ਕਿ ਇਸ ਨੇ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਹੋਇਆ, ਇਸੇ ਲਈ ਆਪਾਂ ਨੂੰ ਕਹਿ ਰਿਹਾ ਕਿ ਅਗਲੇ ਸ਼ਨੀਵਾਰ ਮੈਂ ਜਾ ਰਿਹਾ, ਮਤਲਬ ਕਿ ਡਿਸਾਈਡ ਕਰ ਚੁੱਕਿਆ ਇਹ ਪਹਿਲਾਂ ਤੋਂ। ਇਸ ਲਈ ਇੱਥੇ ਆਈ ਐਮ ਗੋਇੰਗ ਟੂ, ਵਿਲ ਦਾ ਯੂਜ਼ ਨਹੀਂ ਕਰਨਾ। ਇਸ ਤਰ੍ਹਾਂ ਨਹੀਂ ਕਹਾਂਗੇ ਆਈ ਵਿਲ ਗੋ, ਜੇਕਰ ਨੈਕਸਟ ਸੈਟਰਡੇ ਨਾ ਹੁੰਦਾ ਫਿਰ ਵਿਲ ਇੱਥੇ ਆ ਸਕਦਾ ਸੀ, ਫਿਰ ਆਪਾਂ ਕਹਿ ਸਕਦੇ ਸੀ ਆਈ ਵਿਲ ਗੋ ਔਨ ਹੌਲੀਡੇ, ਸਿਰਫ ਇੰਨਾ। ਪਰ ਨੈਕਸਟ ਸੈਟਰਡੇ ਆ ਗਿਆ ਤਾਂ ਪਹਿਲਾਂ ਤੋਂ ਡਿਸਾਈਡ ਹੈਗਾ, ਇਸ ਲਈ ਆਈ ਐਮ ਗੋਇੰਗ ਔਨ ਹੌਲੀਡੇ ਕੰਟੀਨਿਊ ਦਾ ਯੂਜ਼ ਕੀਤਾ। ਅਗਲਾ ਦੇਖੋ, ਅਗਲਾ ਪੁਆਇੰਟ, ਵੀ ਆਫਨ ਯੂਜ਼, ਅਸੀਂ ਅਕਸਰ ਵਿਲ ਦਾ ਯੂਜ਼ ਕਰਦੇ ਹਾਂ ਇਨ ਦੀਜ਼ ਸਿਚੁਏਸ਼ਨਸ। ਨੀਚੇ ਆਪਾਂ ਨੂੰ 3-4 ਸਿਚੁਏਸ਼ਨ ਦਿੱਤੀਆਂ ਗਈਆਂ ਨੇ, ਇਹਨਾਂ ਸਿਚੁਏਸ਼ਨਾਂ ਦੇ ਵਿੱਚ ਅਸੀਂ ਅਕਸਰ ਫਿਊਚਰ ਦੇ ਲਈ ਵਿਲ ਦਾ ਹੀ ਯੂਜ਼ ਕਰਦੇ ਹਾਂ। ਕਿਹੜੀਆਂ ਨੇ? ਸਭ ਤੋਂ ਪਹਿਲਾਂ ਦੇਖੋ ਆਫਰਿੰਗ ਟੂ ਡੂ ਸਮਥਿੰਗ, ਕਿਸੇ ਨੂੰ ਕੁਝ ਕਰਨ ਦੇ ਲਈ ਆਫਰ ਕਰਨਾ। ਆਪਾਂ ਕਿਸੇ ਨੂੰ ਆਫਰ ਕਰੀਏ ਵੀ ਹਾਂ ਇਹ ਕੰਮ ਮੈਂ ਕਰ ਦੂੰਗਾ, ਹਾਂ ਤੇਰਾ ਆਹ ਕੰਮ ਮੈਂ ਕਰ ਦੂੰਗਾ, ਕਿਸੇ ਨੂੰ ਆਫਰ ਦੇਣਾ, ਹੈ ਨਾ, ਤਾਂ ਉੱਥੇ ਆਪਾਂ ਵਿਲ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਦੇਖੋ ਪਹਿਲਾਂ ਆਫਰਿੰਗ ਟੂ ਡੂ ਸਮਥਿੰਗ, ਜਿਸ ਤਰ੍ਹਾਂ ਦੇਖੋ ਦੈਟ ਬੈਗ ਲੁਕਸ ਹੈਵੀ, ਕਹਿੰਦਾ ਜਿਹੜਾ ਇਹ ਬੈਗ ਹੈ ਬਹੁਤ ਜ਼ਿਆਦਾ ਭਾਰੀ ਲੱਗ ਰਿਹਾ ਹੈ। ਆਈ ਵਿਲ ਹੈਲਪ ਯੂ ਵਿਦ ਇਟ, ਮੈਂ ਤੁਹਾਡੀ ਮਦਦ ਕਰ ਦੇਵਾਂਗਾ, ਮਤਲਬ ਕਿ ਇਸ ਬੈਗ ਨੂੰ ਚੱਕਣ ਦੇ ਵਿੱਚ ਮੈਂ ਤੁਹਾਡੀ ਮਦਦ ਕਰ ਦਿੰਦਾ। ਤਾਂ ਆਪਾਂ ਆਫਰ ਕਰ ਰਹੇ ਹਾਂ ਕਿਸੇ ਨੂੰ ਆਫਰ ਕਰ ਰਹੇ ਹਾਂ ਕਿ ਹਾਂ ਜੇਕਰ ਤੁਸੀਂ ਚਾਹੋ ਮੈਂ ਤੁਹਾਨੂੰ ਆਫਰ ਦਿੰਨਾ ਤਾਂ ਇਹ ਬੈਗ ਮੈਂ ਚੱਕ ਲੈਣਾ, ਤਾਂ ਉੱਥੇ ਆਪਾਂ ਆਈ ਵਿਲ ਦਾ ਯੂਜ਼ ਕਰਾਂਗੇ। ਠੀਕ ਹੈ ਨਾ। ਅਗਲਾ ਦੇਖੋ ਸੈਕਿੰਡ, ਐਗਰੀਇੰਗ ਟੂ ਡੂ ਸਮਥਿੰਗ, ਕਿਸੇ ਦੇ ਨਾਲ ਐਗਰੀ ਹੋਣਾ, ਕਿਸੇ ਦੇ ਨਾਲ ਕੋਈ ਕੰਮ ਕਰਨ ਦੇ ਲਈ ਸਹਿਮਤ ਹੋਣਾ, ਉੱਥੇ ਵੀ ਆਪਾਂ ਵਿਲ ਦਾ ਯੂਜ਼ ਕਰਾਂਗੇ। ਸਹਿਮਤ ਕਿਸ ਤਰ੍ਹਾਂ? ਜਿਸ ਤਰ੍ਹਾਂ ਦੇਖੋ ਪਹਿਲਾਂ ਇਹ ਬੋਲ ਰਿਹਾ ਹੈ, ਕੋਈ ਬੰਦਾ ਜਿਹੜਾ ਪਹਿਲਾਂ ਉਹ ਕਹਿੰਦਾ ਕੈਨ ਯੂ ਗਿਵ ਟਿਮ ਦਿਸ ਬੁੱਕ, ਕੀ ਤੁਸੀਂ ਇਹ ਕਿਤਾਬ ਟਿਮ ਨਾਂ ਦਾ ਬੰਦਾ ਜਿਹੜਾ ਉਸ ਨੂੰ ਦੇ ਦੇਵੋਗੇ? ਤਾਂ ਬੀ ਕਹਿ ਰਿਹਾ, ਕਹਿੰਦਾ ਸ਼ੋਰ, ਕਹਿੰਦਾ ਹਾਂ ਬਿਲਕੁਲ, ਆਈ ਵਿਲ ਗਿਵ ਇਟ ਟੂ ਟਿਮ ਵੈਨ ਆਈ ਸੀ ਹਿਮ ਦਿਸ ਆਫਟਰਨੂਨ, ਕਹਿੰਦਾ ਜਦੋਂ ਮੈਂ ਉਸ ਨੂੰ ਇਸ ਆਫਟਰਨੂਨ ਮਿਲਾਂਗਾ ਤਾਂ ਮੈਂ ਇਹ ਕਿਤਾਬ ਉਸ ਨੂੰ ਦੇ ਦੇਵਾਂਗਾ। ਮਤਲਬ ਕਿ ਇਸ ਦੇ ਨਾਲ ਐਗਰੀ ਹੋ ਗਿਆ, ਸਹਿਮਤ ਹੋ ਗਿਆ। ਉਸਨੇ ਪੁੱਛਿਆ ਕਿ ਮੇਰੀ ਕਿਤਾਬ ਤੁਸੀਂ ਉਹ ਫਲਾਣੇ ਬੰਦੇ ਨੂੰ ਦੇ ਦੋਗੇ, ਤਾਂ ਕਹਿੰਦਾ ਹਾਂ ਜਦੋਂ ਮੈਨੂੰ ਉਹ ਮਿਲੂਗਾ ਸ਼ਾਮ ਨੂੰ ਮੈਂ ਤੇਰੀ ਕਿਤਾਬ ਉਸ ਨੂੰ ਦੇ ਦੂੰਗਾ। ਤਾਂ ਐਗਰੀ ਹੋ ਗਿਆ, ਤਾਂ ਕਰਕੇ ਆਈ ਵਿਲ ਗਿਵ ਇਟ, ਤਾਂ ਆਈ ਵਿਲ ਦਾ ਯੂਜ਼ ਕਰਨਾ ਆਪਾਂ ਨੇ, ਐਗਰੀ ਹੋਣਾ। ਅੱਗੇ ਦੇਖੋ ਥਰਡ, ਪ੍ਰੋਮਿਸ ਟੂ ਡੂ ਸਮਥਿੰਗ, ਕਿਸੇ ਨੂੰ ਕੋਈ ਕੰਮ ਕਰਨ ਦੇ ਲਈ ਪ੍ਰੋਮਿਸ ਕਰਨਾ, ਕਿਸੇ ਨੂੰ ਵਾਅਦਾ ਕਰਨਾ, ਤਾਂ ਉੱਥੇ ਵੀ ਆਪਾਂ ਵਿਲ ਦਾ ਹੀ ਯੂਜ਼ ਕਰਦੇ ਹਾਂ। ਕਿਸ ਤਰ੍ਹਾਂ ਦੇਖੋ ਇਹ ਬੋਲ ਰਿਹਾ, ਕਹਿੰਦਾ ਥੈਂਕਸ ਫॉर ਲੈਂਡਿੰਗ ਮੀ ਦ ਮਨੀ, ਕਹਿੰਦਾ ਮੈਨੂੰ ਪੈਸੇ ਉਧਾਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਆਈ ਵਿਲ ਪੇ ਯੂ ਬੈਕ ਔਨ ਫਰਾਈਡੇ, ਮੈਂ ਇਹ ਪੈਸੇ ਤੁਹਾਨੂੰ ਸ਼ੁੱਕਰਵਾਰ ਨੂੰ ਵਾਪਸ ਕਰ ਦੇਵਾਂਗਾ। ਮਤਲਬ ਕਿ ਜਦੋਂ ਆਪਾਂ ਕਿਸੇ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਨੇ ਮੈਨੂੰ ਇਹ ਪੈਸੇ ਦਿੱਤੇ, ਤੁਹਾਡਾ ਬਹੁਤ ਧੰਨਵਾਦ, ਇਹ ਪੈਸੇ ਮੈਂ ਤੁਹਾਡੇ ਸ਼ੁੱਕਰਵਾਰ ਨੂੰ ਵਾਪਸ ਕਰ ਦਾਂਗਾ, ਤਾਂ ਇਹ ਇੱਕ ਤਰ੍ਹਾਂ ਦਾ ਪ੍ਰੋਮਿਸ ਹੁੰਦਾ ਹੈ।
ਇਹ ਪਿੱਛੇ ਲਿਖ ਵੀ ਸਕਦਾ ਸੀ ਆਈ ਵਿਲ ਪੇ ਯੂ ਬੈਕ ਔਨ ਫਰਾਈਡੇ ਆਈ ਪ੍ਰੋਮਿਸ। मतलब कि वैसे भी जेकर नहीं भी लिखिया ऑब्वियस है आपां नूं समझना चाहिए कि यह एक तरह का प्रॉमिस हो गया। जो आप किसी तो कोई चीज़ लैंदे आ उहनूं वापस करन दी आपां मिति उसनूं दिंदे आ कि हाँ इन्ने दिनों बाद तेरे मैं पैसे वापस कर दूँ, तो प्रॉमिस हुंदा एक तरह का कि आपां प्रॉमिस कर रहे हैं, वादा कर रहे हैं। अगला देखो फोर्थ, आस्किंग समबडी टू डू समथिंग, किसी नूं कुछ करन दे लई कहना। जो आपां किसी नूं कुछ काम करन दे लई बोलदे आ तां उत्थे भी आपां विल दा यूज़ करदे आ। अजिहे सेंटेंस किसी ने कुछ करने के लिए कहना, अजिहे सेंटेंस ने जिहड़े वो अक्सर विल यू तो स्टार्ट होंदे ने, उस तो बाद इंटैरोगेटिव विल यू। आप किसी को कोई प्रश्न करते हैं, मतलब कि प्रश्न कह लो, या फिर किसी ने कुछ काम करने के लिए आप किसी को कहने आ। जिस तरह देखो आप कहने विल यू प्लीज टर्न द म्यूजिक डाउन, कि तुसीं कृपा करके म्यूजिक है जिहड़ा उसका वॉल्यूम है जिहड़ा घट करोगे। आई एम ट्राइंग टू कंसनट्रेट, मैं कंसनट्रेट करने की कोशिश कर रहा हूं। या फिर आप किसी को कह सकते हैं विल यू शट द डोर, कि तुसीं दरवाजा बंद करोगे। ये आप किसी को कुछ करने के लिए कह रहे हैं कि तुसीं करोगे, है ना, पूछ रहे हैं अगले तो भी दरवाजा बंद करोगे। या फिर प्लीज विल यू ओपन द डोर, विल यू शट द डोर। इस तरह विल यू तो स्टार्ट होंदा है, तो उत्थे आपां विल दा यूज़ करांगे। सो ये सारे रूल तुसीं याद रखने ने। हुण इस तो अगे शैल का यूज़ आपां कित्थे करना है। वैसे अक्सर ਜਿਹੜੇ मॉडर्न इंग्लिश है उसदे विच विल दा ही यूज़ होंदा, सारे सबजैक्टां दे नाल शैल का यूज़ नहीं होंदा। बट शैल का यूज़ आपां ने कदों करना है, किस सिचुएशन दे विच। देखो शैल आई या फिर शैल वी, मतलब इस तरह यूज़ करते हैं शैल का आपां, शैल आई क्वेश्चन मार्क या फिर शैल वी। आई ते वी दे नाल ही आपां अक्सर शैल का जिहड़ा यूज़ है वो करना है। कदों करते हैं, देखो वी यूज़ शैल आई या फिर शैल वी, असीं शैल आई या फिर शैल वी का यूज़ करते हैं टू आस्क समबडीज ओपीनियन। जदों आपां किसी बंदे दा, किसी भी इंसान दा ओपीनियन राय, ओपीनियन की हुंदा राय, जदों आपां किसी दी राय लैनी होवे, स्पैशली इन ऑफर और सुजैशन। स्पैशली जदों आपां किसी नूं कोई ऑफर देना होवे कुछ करन दे लई, है ना, या फिर किसी दी सुजैशन, किसी दी राय लैनी होवे, है ना, सुजैशन, तो उत्थे आपां शैल आई या फिर शैल वी का यूज़ करते हैं। किस तरह देखो शैल आई शट द डोर, ये आपां ऑफर कर रहे हैं किसी नूं, ऑफर कर रहे हैं शैल आई शट द डोर, कि मैं डोर बंद कर देवां जेकर तुसीं चाहो कि मैं डोर बंद कर देवां। बट जेकर यही गल आपां विल नाल किसी नूं कहने आ विल यू शट द डोर, तो यदा मतलब आपां किसी नूं कोई काम करने दे लई कह रहे हैं कि विल यू शट द डोर, कि तुसीं दरवाजा बंद करोगे। बट जेकर आपां कहने आ शैल आई शट द डोर, तो आपां अगले तो पूछ रहे हैं कि मैं दरवाजा बंद करा, मतलब कि उसनूं ऑफर दे रहे हैं, या फिर सुजैशन मतलब कि उसनूं राय दे रहे हैं कि मैं दरवाजा बंद करदा। या फिर शैल वी गो आउट, या आपां किसी नूं कहिए शैल वी गो आउट कि असीं बाहर चलीए, तो आपां सुजैशन राय लै रहे हैं किसी की कि आप बाहर चलीए, या फिर उसनूं ऑफर दे रहे हैं कि चलो आप बाहर चलीए। सो इस तरह शैल आई ते शैल वी दा तुसीं ने यूज़ करना। आई होप कि ये सारे जिहड़े रूल्स ने ये तुसीं समझ गए होवोगे। बिल्कुल आसान ने, रजिस्टर ते सिर्फ तुसीं ने इन्ने लिखने ने, याद रखना है। आसानी दे नाल जिहड़ी यूनिट दी अगे आपां एक्सरसाइज करांगे तुसीं उसनूं बनाउण दे विच कामयाब रहोगे। बिल्कुल आसान है। अगे देखो इसदा आपां इस यूनिट दा जिहड़ा फस्ट पार्ट करांगे, इत्थे 5 नहीं फस्ट पार्ट इसदा फस्ट है 21.1। इसदा फस्ट पार्ट आपां ने करना है। इस दे विच की करना है, कंप्लीट द सेंटेंसेस विद आई विल प्लस अ सूटेबल वर्ब। जिहड़ियां आपां नूं ब्लैंक्स दित्तियां ने, ये ब्लैंक्स दे विच आपां ने जिहड़े सेंटेंस आपां कंप्लीट करना है, हुण उस नूं आपां ने आई विल तो ही स्टार्ट करना है, और उस तो बाद आपां ने सेंटेंस दी सेंस दे मुताबिक सूटेबल वर्ब, जिहड़ी भी आपां नूं वर्ब सूटेबल लगूगी भी इत्थे ढुकवीं आऊगी, वो आपां ने उत्थे लगा देनी है। एक तो मतलब कि ज़्यादा वर्ब ने जिहड़ियां वो भी पॉसीबल हो सकदियां ने जेकर तुहानूं लगदा है, ठीक है। अदरवाइज जिहड़ी तुहानूं सूटेबल लगदी है कि हाँ आ वर्ब इत्थे आ सकदी है, ये गल कहने की कोशिश कह रहे हैं, तां तुसीं उत्थे वो वर्ब है जिहड़ी वो लगा सकदे हो। आई विल तो स्टार्ट करना है। देखो पढ़दे आपां फस्ट दे विच की कह रहा है, कहना आई एम टू टायर्ड, कहना मैं बहुत ज़्यादा थक्या होया टू वॉक होम, मतलब कि मैं घरें जान मतलब मैं घरें नहीं जा सकता, तुर के नहीं जा सकता मैं घर, क्योंकि मैं बहुत ज़्यादा थक्या होया। तो अगे की कह रहा है, आई थिंक, कहना मैनू लगता है अ टैक्सी। हुण सब तो पहला देखो आई थिंक, आई विल तो अपने लाउणी लाउणा, तुसीं आई विल लगा के देखो आई विल। हुणे की कह रहा है, कहना आई थिंक आई विल डैश अ टैक्सी। हुण देखो वो कह रहा है कि मैं बहुत ज़्यादा थक्या होया, मैं पैदल घरे नहीं जा सकता तुर के, तो यदा मतलब वो टैक्सी लैन की गल कर रहे हैं। तो आप कह सकते हैं आई थिंक आई विल टेक अ टैक्सी, कि मैनू लगता है मैनू टैक्सी लेनी चाहिए है ना।
ਟੇਕ ਦੀ ਜਗ੍ਹਾ ਤੇ ਹਾਇਰ ਵੀ ਆਪਾਂ ਲਿਖ ਸਕਦੇ। ਹਾਇਰ ਦਾ ਮਤਲਬ ਵੀ ਹੁੰਦਾ ਕੋਈ ਚੀਜ਼ ਪੈਸੇ ਦੇ ਕੇ ਉਸ ਨੂੰ ਹਾਇਰ ਕਰ ਲੈਣਾ। ਤਾਂ ਤੁਸੀਂ ਆਈ ਥਿੰਕ ਆਈ ਵਿਲ ਹਾਇਰ ਅ ਟੈਕਸੀ ਇਹ ਵੀ ਲਿਖ ਸਕਦੇ ਹੋ। ਆਈ ਥਿੰਕ ਆਈ ਵਿਲ ਟੇਕ ਅ ਟੈਕਸੀ ਇਹ ਵੀ ਬਿਲਕੁਲ ਕਰੈਕਟ ਹੈ। ਅੱਗੇ ਸੈਕਿੰਡ ਦੇ ਵਿੱਚ ਕੀ ਕਹਿ ਰਿਹਾ, ਇਟ ਇਜ਼ ਕੋਲਡ ਇਨ ਦਿਸ ਰੂਮ, ਕਹਿੰਦਾ ਇਸ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ। ਇਜ਼ਨਟ ਕਿ ਨਹੀਂ। ਉਸ ਤੋਂ ਬਾਅਦ ਔਨ ਦਾ ਹੀਟਿੰਗ ਦੈਨ, ਤਾਂ ਮਤਲਬ ਆਈ ਵਿਲ ਤੋਂ ਤਾਂ ਸਟਾਰਟ ਕਰਾਂਗੇ ਹੀ ਕਰਾਂਗੇ, ਆਈ ਵਿਲ। ਉਸ ਤੋਂ ਬਾਅਦ ਦੇਖੋ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਇਹ ਕਹਿ ਰਿਹਾ ਇਸ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ। ਆਈ ਵਿਲ ਔਨ ਦਾ ਹੀਟਿੰਗ, ਹੀਟਿੰਗ ਮਤਲਬ ਕਿ ਮੈਂ ਹੀਟਿੰਗ ਹੈ ਜਿਹੜੀ ਉਹ ਹੀਟਰ ਹੈ ਉਹ ਚਾਲੂ ਕਰਦਾ, ਮਤਲਬ ਕਿ ਸ਼ੁਰੂ ਕਰਨ ਦੀ ਗੱਲ ਕਰ ਰਿਹਾ ਕਿ ਜੇਕਰ ਇਸ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਤਾਂ ਮੈਂ ਹੀਟਿੰਗ ਹੈ ਜਿਹੜੀ ਉਹ ਚਾਲੂ ਕਰ ਦੇਵਾਂਗਾ। ਹੁਣ ਕਿਸੇ ਚੀਜ਼ ਨੂੰ ਸਟਾਰਟ ਕਰਨਾ, ਚਾਲੂ ਕਰਨਾ, ਹੁਣ ਇੱਥੇ ਆਈ ਵਿਲ ਸਟਾਰਟ, ਤੁਸੀਂ ਸੋਚੋਗੇ ਸਟਾਰਟ ਵੀ ਆ ਸਕਦਾ ਸੀ, ਬਟ ਇੱਥੇ ਨਾਲ ਔਨ ਹੈ ਤਾਂ ਸਟਾਰਟ ਔਨ, ਇਹ ਚੀਜ਼ ਇਸ ਦੇ ਨਾਲ ਢੁਕਵੀਂ ਨਹੀਂ ਹੋਵੇਗੀ। ਤਾਂ ਇੱਥੇ ਕਿਸੇ ਚੀਜ਼ ਨੂੰ ਚਾਲੂ ਕਰਨਾ ਸਵਿਚ ਔਨ, ਤਾਂ ਇੱਥੇ ਆਪਾਂ ਸਵਿਚ ਔਨ ਹੈ ਜਿਹੜਾ ਉਹ ਆਪਾਂ ਇੱਥੇ ਢੁਕਵੀਂ ਆਪਣੇ ਲਈ ਵਰਬ ਹੈ। ਆਈ ਵਿਲ ਸਵਿਚ ਔਨ ਦਾ ਹੀਟਿੰਗ ਦੈਨ, ਜਾਂ ਫਿਰ ਮੈਂ ਕਹਿੰਦੇ ਹੀਟਿੰਗ ਹੈ ਜਿਹੜੀ ਉਹ ਚਾਲੂ ਕਰ ਦਿੰਦਾ। ਜੇ ਸਟਾਰਟ ਔਨ ਵੀ ਲਿਖ ਦਿੰਦੇ ਹੋ ਵੈਸੇ ਉਹ ਵੀ ਕੋਈ ਐਡੀ ਕੋਈ ਜ਼ਿਆਦਾ ਇਸ਼ੂ ਵਾਲੀ ਗੱਲ ਨਹੀਂ ਹੋਗੀ, ਸਹੀ ਉਹ ਵੀ ਹੋ ਸਕਦਾ, ਬਟ ਸਵਿਚ ਔਨ ਥੋੜਾ ਜਿਹਾ ਵਧੀਆ ਜਿਹਾ ਢੰਗ ਲੱਗਦਾ ਮਤਲਬ ਇੰਗਲਿਸ਼ ਬੋਲਣ ਦਾ ਜੇਕਰ ਆਪਾਂ ਦੇਖੀਏ। ਅੱਗੇ ਥਰਡ ਦੇਖੋ, ਕਹਿੰਦਾ ਬਾਏ, ਇਹ ਬੋਲ ਰਿਹਾ ਪਹਿਲਾਂ ਬਾਏ ਹੈਵ ਅ ਨਾਈਸ ਹੌਲੀਡੇ, ਕਹਿੰਦਾ ਬਾਏ ਹੈਵ ਅ ਨਾਈਸ ਹੌਲੀਡੇ, ਤੁਹਾਡੇ ਛੁੱਟੀਆਂ ਜਿਹੜੀਆਂ ਵਧੀਆ ਜਾਣ। ਤਾਂ ਮੂਰਲਾ ਕਹਿ ਰਿਹਾ ਜਿਸ ਨੂੰ ਇਹ ਕਹਿ ਰਿਹਾ, ਕਹਿੰਦਾ ਥੈਂਕਸ ਯੂ ਅ ਪੋਸਟ ਕਾਰਡ, ਮਤਲਬ ਕਿ ਆਈ ਵਿਲ ਯੂ ਅ ਪੋਸਟ ਕਾਰਡ। ਹੁਣ ਪੋਸਟ ਕਾਰਡ ਕੀ ਹੁੰਦਾ, ਜਿਸ ਤਰ੍ਹਾਂ ਆਪਾਂ ਕਿਸੇ ਨੂੰ ਲੈਟਰ ਜਾਂ ਚਿੱਠੀ ਪੱਤਰ ਭੇਜਦੇ ਹਾਂ, ਇਹਦਾ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕਹਿ ਰਿਹਾ ਇਸ ਨੇ ਇਸ ਨੂੰ ਕਿਹਾ ਕਿ ਨਾਈਸ ਹੌਲੀਡੇ, ਉਹ ਕਹਿੰਦਾ ਥੈਂਕ ਯੂ। ਆਈ ਵਿਲ ਯੂ ਅ ਪੋਸਟ ਕਾਰਡ ਮਤਲਬ ਕਿ ਮੈਂ ਤੈਨੂੰ ਪੋਸਟ ਕਾਰਡ ਭੇਜਾਂਗਾ, ਮਤਲਬ ਕਿ ਲਿਖ ਕੇ ਪੋਸਟ ਕਾਰਡ ਭੇਜਾਂਗਾ। ਤਾਂ ਆਈ ਵਿਲ ਸੈਂਡ, ਇਹ ਤਾਂ ਬਿਲਕੁਲ ਓਬਵੀਅਸ ਹੈ, ਆਈ ਵਿਲ ਸੈਂਡ ਯੂ ਅ ਪੋਸਟ ਕਾਰਡ। ਫੋਰਥ ਦੇਖੋ, ਸ਼ੈਲ ਆਈ ਡੂ ਦ ਵਾਸ਼ਿੰਗ ਅਪ, ਕਹਿੰਦਾ ਕੀ ਮੈਂ ਵਾਸ਼ਿੰਗ ਅਪ, ਮਤਲਬ ਕਿ ਵਾਸ਼ਿੰਗ ਅਪ ਕੀ ਹੁੰਦਾ, ਧੋਣਾ, ਕਿ ਮੈਂ ਸਾਫ਼ ਸਫਾਈ ਕਰ ਦੇਵਾਂ, ਧੋ ਦੇਵਾਂ। ਤਾਂ ਉਹ ਕਹਿ ਰਿਹਾ ਨੋ, ਕਹਿੰਦਾ ਨਹੀਂ ਇਟਸ ਆਲ ਰਾਈਟ, ਨਹੀਂ ਕਹਿੰਦਾ ਠੀਕ ਹੈ। ਇਟ ਲੇਟਰ ਮਤਲਬ ਕਿ ਆਈ ਵਿਲ ਤਾਂ ਆਏਗਾ, ਆਈ ਵਿਲ ਇਟ ਲੇਟਰ। ਦੇਖੋ ਕਿਸੇ ਨੇ ਪੁੱਛਿਆ ਕਿ ਮੈਂ ਸਾਫ਼ ਸਫਾਈ ਕਰ ਦੇਵਾਂ ਤਾਂ ਮੂਰਲਾ ਕਹਿੰਦਾ ਨਹੀਂ ਠੀਕ ਹੈ, ਆਈ ਵਿਲ ਇਟ ਲੇਟਰ, ਮਤਲਬ ਕਿ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਨਹੀਂ ਤੂੰ ਨਾ ਕਰ, ਸਭ ਠੀਕ ਹੈ, ਮੈਂ ਬਾਅਦ ਚ ਕਰ ਲੂੰਗਾ, ਮਤਲਬ ਕਿ ਆਈ ਵਿਲ ਡੂ ਕਰਨਾ, ਮਤਲਬ ਕਿ ਡੂ, ਆਈ ਵਿਲ ਡੂ ਇਟ ਲੇਟਰ। ਅੱਗੇ ਫਿਫਥ ਦੇਖੋ, ਕਹਿੰਦਾ ਆਈ ਡੋਂਟ ਨੋ ਹਾਊ ਟੂ ਸ਼ਟ ਦਿਸ ਆਈ ਡੋਂਟ ਨੋ ਹਾਊ ਟੂ ਸ਼ਟ ਡਾਊਨ ਦਿਸ ਕੰਪਿਊਟਰ, ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ ਕਿ ਇਸ ਕੰਪਿਊਟਰ ਨੂੰ ਸ਼ਟ ਡਾਊਨ, ਬੰਦ ਹੈ ਜਿਹੜਾ ਉਹ ਕਿਸ ਤਰ੍ਹਾਂ ਕਰਨਾ ਹੈ। ਤਾਂ ਅੱਗੇ ਵਾਲਾ ਕਹਿੰਦਾ ਓਕੇ ਯੂ, ਓਕੇ ਯੂ ਮਤਲਬ ਆਈ ਵਿਲ ਤਾਂ ਆਏਗਾ, ਕਹਿੰਦਾ ਓਕੇ ਆਈ ਵਿਲ, ਓਕੇ ਆਈ ਵਿਲ ਯੂ। ਹੁਣ ਆਪਣੇ ਤੋਂ ਕੋਈ ਪੁੱਛ ਰਿਹਾ ਕਿ ਮੈਨੂੰ ਕੰਪਿਊਟਰ ਬੰਦ ਨਹੀਂ ਕਰਨਾ ਆਉਂਦਾ ਤਾਂ ਆਪਾਂ ਉਸ ਨੂੰ ਕੀ ਕਹਾਂਗੇ, ਆਈ ਵਿਲ ਯੂ, ਕਿ ਹਾਂ ਮੈਂ ਤੈਨੂੰ ਦੱਸਦਾ ਜਾਂ ਮੈਂ ਤੈਨੂੰ ਦਿਖਾਉਣਾ। ਤਾਂ ਇੱਥੇ ਤੁਸੀਂ ਕਹਿ ਸਕਦੇ ਹੋ ਓਕੇ ਆਈ ਵਿਲ ਟੈਲ ਯੂ, ਵੀ ਮੈਂ ਦੱਸਦਾ ਤੈਨੂੰ ਕਿਸ ਤਰ੍ਹਾਂ ਇਸ ਨੂੰ ਬੰਦ ਕਰਨਾ ਹੈ, ਆਈ ਵਿਲ ਟੈਲ ਯੂ, ਜਾਂ ਫਿਰ ਆਈ ਵਿਲ ਸ਼ੋ ਯੂ। ਇੱਥੇ ਜੇਕਰ ਤੁਸੀਂ ਸ਼ੋ ਕਰੋਗੇ ਤਾਂ ਉਹ ਥੋੜਾ ਢੁਕਮਾ ਹੈ। ਢੁਕਮਾ ਕਿਉਂ ਹੈ, ਵੈਸੇ ਜੇਕਰ ਤੁਸੀਂ ਟੈਲ ਵੀ ਲਗਾ ਦਿੰਦੇ ਹੋ ਤਾਂ ਵੀ ਕੋਈ ਪ੍ਰੋਬਲਮ ਨਹੀਂ, ਟੈਲ ਵੀ ਠੀਕ ਹੋਏਗਾ। ਜੇ ਸ਼ੋ ਕਰਦੇ ਹੋ ਉਹਦਾ ਮਤਲਬ ਇਹ ਹੈ ਕਿਉਂਕਿ ਜਦੋਂ ਕੰਪਿਊਟਰ ਆਪਾਂ ਨੂੰ ਕੋਈ ਕਹਿ ਰਿਹਾ ਕਿ ਮੈਨੂੰ ਆਹ ਕੰਪਿਊਟਰ ਬੰਦ ਨਹੀਂ ਕਰਨਾ ਆਉਂਦਾ, ਇਹਦਾ ਮਤਲਬ ਕੰਪਿਊਟਰ ਸਾਹਮਣੇ ਆਪਣੇ ਚੱਲ ਰਿਹਾ ਹੈ ਕਿ ਆਹ ਕੰਪਿਊਟਰ ਮੈਨੂੰ ਬੰਦ ਨਹੀਂ ਕਰਨਾ ਆਉਂਦਾ। ਤਾਂ ਜਦੋਂ ਕੋਈ ਚੀਜ਼ ਆਪਣੇ ਸਾਹਮਣੇ ਚੱਲ ਰਹੀ ਹੈ ਤਾਂ ਉਸ ਨੂੰ ਜਦੋਂ ਆਪਾਂ ਕਹਾਂਗੇ ਕਿ ਹਾਂ ਤੈਨੂੰ ਮੈਂ ਬੰਦ ਕਰਨਾ ਸਿਖਾਉਣਾ ਹੈ ਨਾ, ਤਾਂ ਆਪਾਂ ਉਦੋਂ ਉਹਨੂੰ ਦਿਖਾਵਾਂਗੇ। ਤਾਂ ਕਰਕੇ ਸ਼ੋ ਹੈ ਜਿਹੜਾ ਇੱਥੇ ਉਹ ਥੋੜਾ ਜ਼ਿਆਦਾ ਬੈਟਰ ਰਹੂਗਾ, ਅਦਰਵਾਈਜ਼ ਤੁਸੀਂ ਟੈਲ ਵੀ ਲਿਖ ਦੋਗੇ ਤਾਂ ਕੋਈ ਪ੍ਰੋਬਲਮ ਨਹੀਂ। ਸਿਕਸਥ ਦੇਖੋ, ਵੁੱਡ ਯੂ ਲਾਈਕ ਟੀ ਔਰ ਕੌਫੀ, ਕੀ ਤੁਸੀਂ ਚਾਹ ਲੈਣਾ ਪਸੰਦ ਕਰੋਗੇ ਜਾਂ ਕੌਫੀ। ਉਹ ਕਹਿ ਰਿਹਾ ਕੌਫੀ ਪਲੀਜ਼, ਮਤਲਬ ਕਿ ਆਈ ਵਿਲ। ਹੁਣ ਦੇਖੋ ਆਈ ਵਿਲ ਮੈਂ ਕੌਫੀ ਲੈਣਾ ਪਸੰਦ ਕਰਾਂਗਾ, ਇੱਥੇ ਆਈ ਵਿਲ ਬਹੁਤ ਵਧੀਆ ਫਾਰਮ ਹੈ, ਆਪਾਂ ਪਹਿਲਾਂ ਵੀ ਬਹੁਤ ਵਾਰ ਯੂਜ਼ ਕਰੀ ਹੈ। ਕੋਈ ਚੀਜ਼ ਕਿਸੇ ਨੂੰ ਖਾਣ ਪੀਣ ਦੇ ਲਈ ਆਪਾਂ ਕਿਸੇ ਨੂੰ ਆਫਰ ਕਰਨਾ ਜਾਂ ਫਿਰ ਲੈਣਾ ਹੈ ਨਾ, ਤਾਂ ਉੱਥੇ ਆਪਾਂ ਹੈਵ ਦਾ ਯੂਜ਼ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰ ਦੱਸੀ ਹੈ, ਖਾਣ ਪੀਣ ਦੇ ਲਈ ਆਪਾਂ ਹੈਵ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹਾਂ। ਆਈ ਵਿਲ ਹੈਵ ਕੌਫੀ ਪਲੀਜ਼, ਇਹਦਾ ਮਤਲਬ ਕਿ ਮੈਨੂੰ ਕੌਫੀ ਮਿਲੇਗੀ ਹੈ ਨਾ, ਆਈ ਵਿਲ ਹੈਵ ਕੌਫੀ ਪਲੀਜ਼। ਸੋ ਇੱਥੇ ਹੈਵ ਜਿਹੜੀ ਫਾਰਮ ਆਪਾਂ ਉੱਥੇ ਯੂਜ਼ ਕਰ ਸਕਦੇ ਹਾਂ। ਅੱਗੇ ਨੈਕਸਟ ਐਗਜ਼ਾਮਪਲ ਦੇਖੋ 7th, ਇਸ ਦੇ ਵਿੱਚ ਕੀ ਕਹਿ ਰਿਹਾ ਹੈ, ਆਰ ਯੂ ਕਮਿੰਗ ਵਿਦ ਅਸ, ਕੀ ਤੁਸੀਂ ਸਾਡੇ ਨਾਲ ਆ ਰਹੇ ਹੋ, ਮਤਲਬ ਕਿ ਤੂੰ ਸਾਡੇ ਨਾਲ ਆ ਰਿਹਾ ਹੈ। ਤਾਂ ਅੱਗੋਂ ਉਹ ਕੀ ਕਹਿ ਰਿਹਾ, ਕਹਿੰਦਾ ਨੋ, ਕਹਿੰਦਾ ਨਹੀਂ ਮੈਂ ਤੁਹਾਡੇ ਨਾਲ ਨਹੀਂ ਆ ਰਿਹਾ। ਆਈ ਥਿੰਕ ਹੇਅਰ ਮਤਲਬ ਜਿੱਥੇ ਉਹ ਖੜੇ ਨੇ ਉੱਥੇ ਹੀ ਗੱਲ ਕਰ ਰਹੇ ਨੇ। ਤਾਂ ਇੱਕ ਉਸ ਨੂੰ ਕਹਿ ਰਿਹਾ ਕਿ ਤੁਸੀਂ ਸਾਡੇ ਨਾਲ ਆ ਰਹੇ ਹੋ, ਤਾਂ ਉਹ ਕਹਿੰਦਾ ਨਹੀਂ ਮੈਂ ਨਹੀਂ ਆ ਰਿਹਾ। ਆਈ ਥਿੰਕ ਹੇਅਰ ਮਤਲਬ ਕਿ ਆਈ ਵਿਲ ਤਾਂ ਆਏਗਾ ਹੀ ਆਏਗਾ, ਆਈ ਵਿਲ। ਹੁਣ ਤੁਸੀਂ ਸੋਚੋ ਉਹਨੇ ਕੀ ਕਿਹਾ ਹੋਵੇਗਾ, ਨਾਲ ਆਉਣ ਤੋਂ ਤਾਂ ਮਨਾ ਕਰਤਾ ਔਰ ਐਂਡ ਤੇ ਹੈਗਾ ਹੇਅਰ, ਤਾਂ ਮਤਲਬ ਕਿ ਉਹ ਕਹਿ ਰਿਹਾ ਆਈ ਥਿੰਕ ਆਈ ਵਿਲ
स्टे हेयर, आई विल स्टे मतलब कि मैं इत्थे ही रुकूंगा। तो देखो यही ढुकवीं फॉर्म आ सकती है, जेकर कुछ होर भी होंगे तुसीं होर भी लिख सकते हो। आई विल स्टे हेयर कहना नहीं मैं इत्थे ही रुकूंगा, देखो बिल्कुल मैच करता है। 8वां थैंक्स फॉर लैंडिंग मी द मनी कहना बहुत धन्यवाद मैनू पैसे ने ਜਿਹੜੇ ਉਹ ਉਧਾਰ ਦੇਣ ਦੇ ਲਈ है ना। इट बैक एज सून एज पॉसिबल ओके मतलब कि कह रहे कहना आई विल हुण देखो कहने की कोशिश कर रहा है कहना आई विल इट बैक मतलब पैसों नूं वापस देने की गल कर रहा है कहना मैनू पैसे देने के लिए उधार बहुत बहुत धन्यवाद ते मैं जिहड़े तुहाडे पैसे ने बहुत जल्दी वापस कर देवांगा, ये कहने की कोशिश कर रहा है। आई विल गिव देखो गिव वापस देना देखो ये बन सकता है आई विल गिव इट बैक मैं तुहानूं ये पैसे वापस दे देवांगा एज सून एज पॉसिबल ओके जो ही पॉसिबल हुंदा है। 9वां दे विच ये की कह रहा है 9वें दे विच आई नो यू आर बिजी कहना मैनू पता है कि तुसीं बहुत ज़्यादा बिजी हो बट कैन यू फिनिश दिस रिपोर्ट दिस आफ्टरनून की तुसीं ये रिपोर्ट इस आफ्टरनून नूं मतलब कि इस आफ्टरनून ये रिपोर्ट है जी कंप्लीट कर सकते हो। तो बी कहना वैल कहना वैल उस तो बाद डैश आई विल तो आएगा कहना वैल आई विल फिर कोमा बट आई कांट प्रॉमिस पर कहना मैं वादा नहीं कर सकता। हुण जदों आपां किसी नूं ये गल करदे हां भी हाँ वैल पर मैं वादा नहीं कर सकता परंतु मैं वादा नहीं कर सकता तो यह मतलब उसने पहला कहा होगा आई विल ट्राई, बिल्कुल ईजी है कहना वैल आई विल ट्राई मैं ट्राई करूंगा पर मैं वादा नहीं कर सकता। सो ये रूल्स ने जिहड़े तुसीं याद रखने ने और ये सी अपनी इस यूनिट का अपना पार्ट फर्स्ट। एंड नैक्सट देखो अपनी इस यूनिट का आपां सैकंड पार्ट है जिहड़ा अपना वो करन जा रहे हां। सैकंड पार्ट दे विच आपां ने की करना है रीड द सिचुएशंस एंड राइट सेंटेंसेस। इन्हां ने आपां नूं सिचुएशन ने जिहड़ियां उपर मतलब देखो ये सेंटेंस इन्हां ने आपां नूं लिख के दित्ते ने सारे आपां ने वो सिचुएशन ने जिहड़ियां पढ़नियां ने उन्हां नूं सेंटेंसां नूं चंगी तरह पढ़ना है और उस तो बाद आपां ने नीचे इत्थे खुद सेंटेंस ने जिहड़े वो बनाउणे ने और बनाउणे आपां किस तरह ने सेंटेंस विद आई थिंक आई विल या फिर आई डोंट थिंक आई विल मतलब कि जदों आपां ने सेंटेंस स्टार्ट करना है या तो आप आई थिंक आई विल तो स्टार्ट करांगे या फिर आई डोंट थिंक आई विल तो स्टार्ट करांगे। हुण देखो आई थिंक आई विल तो कदों स्टार्ट करना है आई डोंट थिंक आई विल तो कदों स्टार्ट करना है। बिल्कुल सिंपल है जो आपां नूं इन्हां ने उपर सिचुएशन दित्तियां ने उन्हां दे विच उस सेंटेंस दे विच जिहड़ा आपां नूं काम करन दे लई मतलब मेन काम जिहड़ा आपां करना चाहांगे या फिर नहीं चाहांगे आपां ने वो देखना है कि उस सेंटेंस दे विच मेन क्रिया किहड़ी है काम की हो रहा मेन। हुण जिहड़ा वो काम हो रहा होगा जेकर आपां वो काम करन दा डिसाइड कीता भी हाँ ये काम आपां करांगे डिसाइड कर लिया जिस दे विच हाँ करना है फिर तो आई थिंक आई विल तो स्टार्ट करोगे। जेकर आपां ने डिसाइड किया कि वो काम आपां नहीं करांगे फिर आई डोंट थिंक आई विल तो स्टार्ट करांगे। उस तो बाद वर्ब की फस्ट फॉर्म जिहड़ी मेन उत्थे क्रिया हो रही होगी सेंटेंस दे विच एंड उस तो बाद जेकर ऑब्जेक्टिव पार्ट है तो वो लगा देंगे। आई थिंक जदों आपां फस्ट करांगे तो फस्ट दे विच ही पता चल जाएगा। देखो आपां स्टार्ट करते हैं ये की कह रहे हैं फस्ट दे विच इट्स अ बिट कोल्ड थोड़ी ठंड है कहते है ना ठंडी का मौसम है। द विंडो इज ओपन और जिहड़ी विंडो है खिड़की है वह खुली हुई है ओपन है। एंड यू डिसाइड तुसीं डिसाइड करते हो टू क्लोज इट। देखो इत्थे मेन जिहड़ा काम है अपना ये आ गया क्लोज बंद करना। आपां मेन आपां डिसाइड की कीता की काम करन दा आपां डिसाइड कीता आपां डिसाइड कीता कि इस नूं विंडो नूं क्लोज करांगे तो मेन वर्ब की आ गई क्लोज। हुण ये देखो जिहड़ा इत्थे काम हो रहा है खिड़की बंद करन दा क्लोज दा वो आपां ने डिसाइड किया या फिर आपां डिसाइड नहीं किया मतलब कि वो काम आपां करना चाहुंदे आ या फिर करना नहीं चाहुंदे। हुण देखो ठंड बहुत ज़्यादा है तो विंडो ओपन है तो आपां ने डिसाइड किया कि आपां जिहड़ी विंडो आ वो बंद कर देंगे तो यह मतलब जिहड़ा काम है विंडो नूं बंद करन दा आपां ने डिसाइड किया कि हाँ आपां करांगे। जदों आपां कोई काम करन वास्ते डिसाइड करदे कि करांगे फिर आई थिंक आई विल तो स्टार्ट करना है। जेकर आपां चाहांगे कि नहीं करना वो काम फिर आपां आई डोंट थिंक तो स्टार्ट करांगे। बिल्कुल ईजी है। हुण आपां विंडो बंद करना चाहुंदे कि नहीं आपां चाहुंदे आपां डिसाइड कर लिया कि विंडो बंद करांगे तां करके आपां इत्थे शुरू करांगे आई थिंक आई विल आई थिंक आई विल। हुण आपां की करांगे काम की करांगे खिड़की बंद करांगे तो वर्ब की है क्लोज। आई थिंक आई विल क्लोज बंद की करांगे इत्थे इट है वैसे तो बट जे आप इत्थे इट ही लगा देंगे आप इस तरह कह देंगे आई थिंक आई विल क्लोज इट
ਤਾਂ ਉਹ ਜਿਹੜੀ ਸੈਂਸ ਹੈ ਕੰਪਲੀਟ ਸਾਹਮਣੇ ਨਹੀਂ ਆਏਗੀ, ਕਿਉਂਕਿ ਇਟ ਆਪਾਂ ਨੇ ਵਿੰਡੋ ਦੇ ਲਈ ਹੀ ਯੂਜ਼ ਕੀਤਾ, ਤਾਂ ਕਰਕੇ ਇੱਥੇ ਪ੍ਰੋਪਰ ਨਾਮ ਆਪਾਂ ਵਿੰਡੋ ਯੂਜ਼ ਕਰ ਸਕਦੇ, ਦ ਵਿੰਡੋ, ਦ ਵਿੰਡੋ। ਦੇਖੋ ਇਸ ਤਰ੍ਹਾਂ ਆਂਸਰ ਆਏਗਾ, ਆਈ ਥਿੰਕ ਆਈ ਵਿਲ ਕਲੋਜ਼ ਦ ਵਿੰਡੋ। ਇਸੇ ਤਰ੍ਹਾਂ ਨੈਕਸਟ ਦੇਖੋ, ਇਸ ਦੇ ਵਿੱਚ ਕੀ ਕਹਿ ਰਿਹਾ, ਕਹਿੰਦਾ ਯੂ ਆਰ ਫੀਲਿੰਗ ਟਾਇਰਡ, ਤੁਸੀਂ ਥੱਕਿਆ ਹੋਇਆ ਮਹਿਸੂਸ ਕਰ ਰਹੇ ਹੋ, ਐਂਡ ਇਟਸ ਗੈਟਿੰਗ ਲੇਟ, ਅਤੇ ਲੇਟ ਵੀ ਬਹੁਤ ਜ਼ਿਆਦਾ ਹੋ ਰਿਹਾ, ਮਤਲਬ ਰਾਤ ਹੋ ਗਈ ਜ਼ਿਆਦਾ, ਆਪਾਂ ਥੱਕ ਰਹੇ ਹਾਂ, ਥੱਕਿਆ ਹੋਇਆ ਮਹਿਸੂਸ ਕਰ ਰਹੇ ਹਾਂ, ਤੇ ਲੇਟ ਬਹੁਤ ਜ਼ਿਆਦਾ ਹੋ ਗਈ। ਇਹ ਤਾਂ ਸਿਚੁਏਸ਼ਨ ਦੇਤੀ। ਅੱਗੇ ਕੰਮ ਕੀ ਹੈ, ਯੂ ਡਿਸਾਈਡ, ਤੁਸੀਂ ਨੇ ਡਿਸਾਈਡ ਕੀਤਾ, ਕੀ ਡਿਸਾਈਡ ਕੀਤਾ, ਯੂ ਡਿਸਾਈਡ ਟੂ ਗੋ ਟੂ ਬੈਡ, ਤੁਸੀਂ ਨੇ ਡਿਸਾਈਡ ਕੀਤਾ, ਮੇਨ ਫਾਰਮ ਕੀ ਹੈ, ਜਾਣਾ। ਆਪਾਂ ਡਿਸਾਈਡ ਕੰਮ, ਕਿਹੜਾ ਕੰਮ ਕਰਨ ਦਾ ਆਪਾਂ ਡਿਸਾਈਡ ਕੀਤਾ, ਜਾਣ ਦਾ ਡਿਸਾਈਡ ਕੀਤਾ, ਕਿੱਥੇ, ਟੂ ਬੈਡ ਮਤਲਬ ਬਿਸਤਰ ਤੇ ਜਾ ਕੇ ਪੈਣ ਦਾ। ਹੁਣ ਜਿਹੜਾ ਇਹ ਕੰਮ ਹੈ ਆਪਾਂ ਨੇ ਬਿਸਤਰ ਤੇ ਜਾ ਕੇ ਸੌਣ ਦਾ, ਇਹ ਆਪਾਂ ਨੇ ਕੰਮ, ਇਹ ਆਪਾਂ ਕਰਨਾ ਚਾਹੁੰਦੇ ਆ ਜਾਂ ਨਹੀਂ ਕਰਨਾ ਚਾਹੁੰਦੇ। ਦੇਖੋ ਇਹ ਕਹਿ ਰਿਹਾ ਯੂ ਡਿਸਾਈਡ ਟੂ ਗੋ ਟੂ ਬੈਡ, ਤੁਸੀਂ ਨੇ ਡਿਸਾਈਡ ਕਰ ਲਿਆ ਕਿ ਜਾ ਕੇ ਮੈਨੂੰ ਪੈਣਾ ਚਾਹੀਦਾ, ਮਤਲਬ ਕਿ ਆਪਾਂ ਇਹ ਪੈਣ ਦਾ ਕੰਮ ਕਰਨਾ ਚਾਹੁੰਦੇ ਆ। ਜੇਕਰ ਕਰਨਾ ਨਹੀਂ ਚਾਹੁੰਦੇ ਹੁੰਦੇ ਫਿਰ ਆਪਾਂ ਆਈ ਡੋਂਟ ਥਿੰਕ ਤੋਂ ਸਟਾਰਟ ਕਰਦੇ, ਬਟ ਆਪਾਂ ਤਾਂ ਪੈਣਾ ਚਾਹੁੰਦੇ ਆ, ਡਿਸਾਈਡ ਕਰ ਲਿਆ, ਤਾਂ ਆਈ ਥਿੰਕ, ਤਾਂ ਆਏਗਾ ਆਈ ਥਿੰਕ ਆਈ ਵਿਲ। ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਇੱਥੇ ਜਿਹੜੀ ਮੇਨ ਕਿਰਿਆ ਹੈ ਗੋ ਟੂ ਬੈਡ, ਆਪਾਂ ਬਿਸਤਰ ਤੇ ਜਾ ਕੇ ਸੌਣਾ ਚਾਹੁੰਦੇ ਆ, ਤਾਂ ਵਰਬ ਦੀ ਫਸਟ ਫਾਰਮ ਹੈ ਗੋ। ਆਈ ਥਿੰਕ ਆਈ ਵਿਲ ਗੋ ਟੂ ਬੈਡ, ਇਹ ਬਸ ਇੰਨਾ ਇੱਥੇ ਆਨਸਰ ਆ ਗਿਆ। ਅੱਗੇ ਥਰਡ, ਅ ਫਰੈਂਡ ਆਫ ਯੋਰਸ ਆਫਰ ਯੂ, ਤੁਹਾਡਾ ਇੱਕ ਦੋਸਤ ਹੈ ਜਿਹੜਾ ਉਸਨੇ ਤੁਹਾਨੂੰ ਆਫਰ ਦਿੱਤਾ ਅ ਲਿਫਟ ਇਨ ਹਿਜ਼ ਕਾਰ, ਮਤਲਬ ਆਫਰ ਯੂ ਅ ਲਿਫਟ ਇਨ ਹਿਜ਼ ਕਾਰ, ਤੁਹਾਡੇ ਦੋਸਤ ਨੇ ਤੁਹਾਨੂੰ ਕਿਹਾ, ਆਫਰ ਕਰਿਆ ਕਿ ਆ ਜਾ ਮੇਰੀ ਕਾਰ ਦੇ ਵਿੱਚ ਬੈਠ ਜਾ ਲਿਫਟ ਦੇਣ ਵਾਸਤੇ। ਅੱਗੇ ਬਟ ਯੂ ਡਿਸਾਈਡ, ਪਰ ਤੁਸੀਂ ਨੇ ਡਿਸਾਈਡ ਕੀਤਾ, ਕੀ ਡਿਸਾਈਡ ਕੀਤਾ, ਬਟ ਯੂ ਡਿਸਾਈਡ ਟੂ ਵਾਕ, ਪਰ ਤੁਸੀਂ ਨੇ ਡਿਸਾਈਡ ਕੀਤਾ ਟੂ ਵਾਕ, ਮਤਲਬ ਕਿ ਯੂ ਡਿਸਾਈਡ ਟੂ ਵਾਕ, ਮੇਨ ਫਾਰਮ ਹੈ ਇੱਥੇ ਵਾਕ, ਪੈਦਲ ਚੱਲਣਾ। ਹੁਣ ਜਿਹੜਾ ਕੰਮ ਕੀ ਹੈ ਮੇਨ, ਆਪਣੇ ਦੋਸਤ ਨੇ ਤਾਂ ਆਪਾਂ ਨੂੰ ਆਫਰ ਕਰਤਾ ਕਿ ਆ ਜਾ ਭਾਈ ਮੇਰੀ ਗੱਡੀ ਦੇ ਵਿੱਚ ਬਹਿ ਜਾ, ਲਿਫਟ ਲੈ ਲੈ, ਪਰ ਤੁਸੀਂ ਨੇ ਡਿਸਾਈਡ ਕੀਤਾ ਕਿ ਮੈਂ ਵਾਕ ਤੁਰ ਕੇ ਹੀ ਜਾਊਂਗਾ, ਮਤਲਬ ਇੱਥੇ ਮੇਨ ਕੰਮ ਤੁਸੀਂ ਨੇ ਕਿਹੜਾ ਕੰਮ ਕਰਨ ਦੇ ਲਈ ਡਿਸਾਈਡ ਕੀਤਾ, ਤੁਰ ਕੇ ਜਾਣ ਦਾ। ਹੁਣ ਤੁਸੀਂ ਨੇ ਇਹ ਕੰਮ ਕਰਨ ਲਈ ਡਿਸਾਈਡ ਕੀਤਾ ਕਿ ਹਾਂ ਮੈਂ ਤੁਰ ਕੇ ਜਾਊਂਗਾ। ਜੇਕਰ ਇਸ ਤਰ੍ਹਾਂ ਹੁੰਦਾ ਵੀ ਤੁਸੀਂ ਤੁਰ ਕੇ ਜਾਣਾ ਨਹੀਂ ਚਾਹੁੰਦੇ ਫਿਰ ਤਾਂ ਆਪਾਂ ਮਤਲਬ ਕਿ ਲਿਫਟ ਲੈਂਦੇ, ਫਿਰ ਤਾਂ ਆਪਾਂ ਇਹ ਗੱਲ ਕਹਿੰਦੇ ਕਿ ਆਈ ਡੋਂਟ ਥਿੰਕ, ਹੈ ਨਾ, ਆਈ ਡੋਂਟ ਥਿੰਕ ਆਈ ਵਿਲ ਵਾਕ, ਬਟ ਹੁਣ ਆਪਾਂ ਨੇ ਡਿਸਾਈਡ ਕੀਤਾ ਤੁਰ ਕੇ ਜਾਣ ਦਾ, ਇਸ ਲਈ ਥੈਂਕ ਯੂ, ਉਸਨੂੰ ਕਿਹਾ ਥੈਂਕ ਯੂ, ਕੋਈ ਜ਼ਰੂਰਤ ਨਹੀਂ, ਬਟ ਆਈ ਥਿੰਕ, ਪਰ ਮੈਨੂੰ ਲੱਗਦਾ ਹੈ ਆਈ ਵਿਲ ਵਾਕ, ਆਈ ਵਿਲ ਵਾਕ, ਕਿਉਂਕਿ ਆਪਾਂ ਵਾਕ ਕਰਨਾ ਚਾਹੁੰਦੇ ਆ, ਜਿਹੜੀ ਮੇਨ ਫਾਰਮ ਹੈ ਕੰਮ ਹੈ ਵਾਕ, ਉਹ ਆਪਾਂ ਡਿਸਾਈਡ ਕੀਤਾ ਕਿ ਟੂ ਵਾਕ, ਆਈ ਡਿਸਾਈਡ ਟੂ ਵਾਕ, ਕਿ ਹਾਂ ਮੈਂ ਵਾਕ ਹੀ ਕਰੂੰਗਾ, ਆਪਾਂ ਨੇ ਕੰਮ ਕਰਨ ਦਾ ਡਿਸਾਈਡ ਕਰ ਲਿਆ, ਇਸ ਲਈ ਆਪਾਂ ਆਈ ਥਿੰਕ ਆਈ ਵਿਲ ਤੋਂ ਸਟਾਰਟ ਕਰਾਂਗੇ। ਜੇਕਰ ਨਾ ਕਰਦੇ ਫਿਰ ਆਈ ਡੋਂਟ ਥਿੰਕ। ਜਿਸ ਤਰ੍ਹਾਂ ਅਗਲਾ ਦੇਖੋ, ਯੂ ਆਰ ਗੋਇੰਗ ਟੂ ਹੈਵ ਲੰਚ, ਤੁਸੀਂ ਲੰਚ ਕਰਨ ਦੇ ਲਈ ਜਾ ਰਹੇ ਸੀ, ਨਾਓ ਯੂ ਡਿਸਾਈਡ, ਬਟ ਹੁਣ ਤੁਸੀਂ ਨੇ ਡਿਸਾਈਡ ਕੀਤਾ ਹੈ that you don't want to eat, ਮੇਨ ਫਾਰਮ ਇੱਥੇ ਕੰਮ ਹੈ ਜਿਹੜਾ ਮੇਨ ਖਾਣ ਦਾ ਹੋ ਰਿਹਾ, ਈਟ ਵਰਬ ਦੀ ਫਾਰਮ ਮੇਨ ਈਟ ਹੈ, ਈਟ ਐਨੀਥਿੰਗ। ਦੇਖੋ ਪਹਿਲਾਂ ਤੁਸੀਂ ਖਾਣਾ ਖਾਣ ਲਈ ਜਾ ਰਹੇ ਸੀ, ਲੰਚ ਕਰਨ ਲਈ, ਪਰ ਹੁਣ ਤੁਸੀਂ ਨੇ ਡਿਸਾਈਡ ਕਰਤਾ, ਹੁਣ ਆਪਾਂ ਨੇ ਡਿਸਾਈਡ ਕੀ ਕੀਤਾ, ਡੋਂਟ ਵਾਂਟ ਟੂ ਈਟ, ਹੁਣ ਆਪਾਂ ਕਹਿੰਦੇ ਅਸੀਂ ਖਾਣਾ ਨਹੀਂ ਚਾਹੁੰਦਾ, ਮਤਲਬ ਜਿਹੜੀ ਕਿਰਿਆ ਈਟ ਉਹ ਆਪਾਂ ਹੁਣ ਇਹ ਕਿਰਿਆ ਨਹੀਂ ਕਰਨਾ ਚਾਹੁੰਦੇ, ਜੇ ਤਾਂ ਆਪਾਂ ਕਰਨਾ ਚਾਹੁੰਦੇ ਫਿਰ ਤਾਂ ਆਈ ਥਿੰਕ ਆਈ ਵਿਲ, ਹੁਣ ਆਪਾਂ ਇਹ ਕੰਮ ਹੈ ਜਿਹੜਾ ਖਾਣ ਦਾ ਉਹ ਆਪਾਂ ਨਹੀਂ ਕਰਨਾ ਚਾਹੁੰਦੇ, ਇਸ ਲਈ ਆਪਾਂ ਆਈ ਡੋਂਟ ਥਿੰਕ ਤੋਂ ਸਟਾਰਟ ਕਰਾਂਗੇ। ਆਈ ਡੋਂਟ ਥਿੰਕ, ਆਈ ਡੋਂਟ ਥਿੰਕ ਤੋਂ ਬਾਅਦ ਆਈ ਵਿਲ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਈਟ, ਈਟ, ਉਸ ਤੋਂ ਬਾਅਦ ਅਗਲਾ ਐਨੀਥਿੰਗ ਨਾਲ ਲਗਾ ਲਾਂਗੇ, ਐਨੀਥਿੰਗ, ਐਨੀਥਿੰਗ। ਦੇਖੋ ਆਈ ਹੋਪ ਕਿ ਤੁਸੀਂ ਸਮਝ ਰਹੇ ਹੋ, ਕਿਉਂਕਿ ਇਹ ਕੰਮ ਆਪਾਂ ਹੁਣ ਨਹੀਂ ਕਰਨਾ ਚਾਹੁੰਦੇ। ਦੇਖੋ ਇਹਨਾਂ ਨੇ ਕਿਹਾ ਯੂ ਡਿਸਾਈਡ that you don't want to eat, ਜੇਕਰ ਆਪਾਂ ਡਿਸਾਈਡ ਕਰਦੇ, ਇੱਥੇ ਡੋਂਟ ਵਾਂਟ ਨਾ ਆਉਂਦਾ ਕਿ ਆਪਾਂ ਹਾਂ ਖਾਣਾ ਚਾਹੁੰਦੇ ਆ, ਫਿਰ ਆਪਾਂ ਕਹਿੰਦੇ ਆਈ ਥਿੰਕ ਆਈ ਵਿਲ ਈਟ ਐਨੀਥਿੰਗ, ਕਿਉਂਕਿ ਇੱਥੇ ਆਪਾਂ ਨਹੀਂ ਖਾਣਾ ਚਾਹੁੰਦੇ, ਆਈ ਡੋਂਟ ਥਿੰਕ। ਇਸੇ ਤਰ੍ਹਾਂ ਅਗਲਾ ਦੇਖੋ, ਯੂ ਪਲਾਨ ਟੂ ਗੋ ਸਵਿਮਿੰਗ, ਤੁਸੀਂ ਨੇ ਸਵਿਮਿੰਗ ਕਰਨ ਦੇ ਲਈ ਪਲਾਨ ਕੀਤਾ ਸੀ ਕਿ ਹਾਂ ਸਵਿਮਿੰਗ ਕਰਾਂਗੇ, ਨਾਓ ਬਟ ਹੁਣ ਯੂ ਡਿਸਾਈਡ, ਪਰ ਤੁਸੀਂ ਨੇ ਡਿਸਾਈਡ ਕੀਤਾ that you don't want to go, you don't want to go, ਕਿ ਤੁਸੀਂ ਨਹੀਂ ਜਾਣਾ ਚਾਹੁੰਦੇ, ਹੈ ਨਾ, ਪਰ ਹੁਣ ਤੁਸੀਂ ਨੇ ਡਿਸਾਈਡ ਕਰ ਲਿਆ ਤੁਸੀਂ ਨਹੀਂ ਜਾਣਾ ਚਾਹੁੰਦੇ। ਹੁਣ ਦੇਖੋ ਆਪਾਂ ਜਿਹੜਾ ਕੰਮ ਹੈ ਉਹ ਆਪਾਂ ਨਹੀਂ ਕਰਨਾ ਚਾਹੁੰਦੇ ਹੁਣ, ਇਸ ਲਈ ਹੁਣ ਆਪਾਂ ਆਈ ਡੋਂਟ ਥਿੰਕ, ਆਈ ਡੋਂਟ ਥਿੰਕ, ਆਈ ਡੋਂਟ ਥਿੰਕ ਆਈ ਵਿਲ, ਕਿ ਮੈਨੂੰ ਨਹੀਂ ਲੱਗਦਾ, ਆਈ ਡੋਂਟ ਥਿੰਕ ਆਈ ਵਿਲ
ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਗੋ। ਹੁਣ ਕਾਹਦੇ ਵਾਸਤੇ ਆਪਾਂ ਨਹੀਂ ਜਾਣਾ ਚਾਹੁੰਦੇ, ਆਪਾਂ ਨਹੀਂ ਜਾਣਾ ਚਾਹੁੰਦੇ ਸਵਿਮਿੰਗ, ਇੱਥੇ ਆਪਾਂ ਲਿਖ ਦਾਂਗੇ ਸਵਿਮਿੰਗ। ਹੁਣ ਇਹ ਆਪਾਂ ਇਸ ਤਰ੍ਹਾਂ ਕਿਉਂ ਬਣਾਇਆ, ਕਿਉਂਕਿ ਪਹਿਲਾਂ ਆਪਾਂ ਜਾਣਾ ਚਾਹੁੰਦੇ ਸੀ ਸਵਿਮਿੰਗ ਦੇ ਲਈ, ਬਟ ਬਾਅਦ ਦੇ ਵਿੱਚ ਆਪਾਂ ਡਿਸਾਈਡ ਕੀਤਾ ਯੂ ਡੋਂਟ ਵਾਂਟ ਕਿ ਤੁਸੀਂ ਨਹੀਂ ਜਾਣਾ ਚਾਹੁੰਦੇ। ਤਾਂ ਜਿਹੜਾ ਕੰਮ ਮੈਂ ਤੁਹਾਨੂੰ ਕਿਹਾ ਸੀ, ਜੇਕਰ ਕੋਈ ਕੰਮ ਆਪਾਂ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਆਪਾਂ ਆਈ ਡੋਂਟ ਥਿੰਕ। ਜੇਕਰ ਕੰਮ ਆਪਾਂ ਕਰਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਕਿ ਇਹਦੇ ਵਿੱਚ ਆਪਾਂ ਡਿਸਾਈਡ ਕੀਤਾ ਸੀ ਕਲੋਜ਼ ਵਿੰਡੋ, ਕਿ ਹਾਂ ਮੈਂ ਵਿੰਡੋ ਨੂੰ ਕਲੋਜ਼ ਕਰੂੰਗਾ, ਤਾਂ ਆਈ ਥਿੰਕ। ਸੋ ਇਸ ਤਰ੍ਹਾਂ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਨੰਬਰ 2। ਅੱਗੇ ਇਸ ਆਪਣੀ ਯੂਨਿਟ ਦਾ ਆਪਾਂ ਥਰਡ ਪਾਰਟ ਹੈ ਜਿਹੜਾ, ਉਹ ਦੇਖੋ ਆਪਾਂ ਸ਼ੁਰੂ ਕਰਦੇ ਹਾਂ। ਬਿਲਕੁਲ ਆਸਾਨ ਹੈ। ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਵਿਚ ਇਜ਼ ਕਰੈਕਟ। ਆਪਾਂ ਨੂੰ ਹਰ ਇੱਕ ਸੈਂਟੈਂਸ ਦੇ ਵਿੱਚ ਇਹਨਾਂ ਨੇ ਦੋ ਆਪਸ਼ਨ ਨੇ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ। ਇਫ ਨੈਸੈਸਰੀ ਸਟੱਡੀ ਯੂਨਿਟ 19 ਐਂਡ 20, ਮਤਲਬ ਜੇਕਰ ਜ਼ਰੂਰਤ ਹੈ ਤਾਂ 19 ਅਤੇ 20 ਨੰਬਰ ਯੂਨਿਟ ਵੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਇਸ ਦੇ ਵਿੱਚ ਜੋ ਰੂਲਸ ਅਪਲਾਈ ਹੋਣਗੇ ਉਹ 19 ਅਤੇ 20 ਨੰਬਰ ਯੂਨਿਟ ਦੇ ਵਿੱਚ ਵੀ ਆਪਾਂ ਨੇ ਕੀਤੇ ਹੋਏ ਨੇ। ਹੁਣ ਇਹਨਾਂ ਸਾਰੇ ਸੈਂਟੈਂਸਸ ਦੇ ਵਿੱਚ ਦੇਖੋ ਪ੍ਰੋਬਲਮ ਕੀ ਹੋਏਗੀ। ਆਪਾਂ ਨੇ 19 ਅਤੇ 20 ਨੰਬਰ ਯੂਨਿਟ ਦੇ ਵਿੱਚ ਕਰਿਆ ਸੀ ਕਿ ਫਿਊਚਰ ਦੇ ਲਈ, ਆਉਣ ਵਾਲੇ ਸਮੇਂ ਦੇ ਲਈ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦਾ ਵੀ ਯੂਜ਼ ਕਰਦੇ ਹਾਂ ਔਰ ਬੀ ਗੋਇੰਗ ਟੂ। ਤਾਂ ਉਹਨਾਂ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਫਿਊਚਰ ਦੇ ਲਈ। ਉਹਨਾਂ ਦਾ ਯੂਜ਼ ਆਪਾਂ ਫਿਊਚਰ ਲਈ ਉਦੋਂ ਕਰਦੇ ਹਾਂ ਜਦੋਂ ਕੋਈ ਕੰਮ ਆਪਾਂ ਨੇ ਪਹਿਲਾਂ ਤੋਂ ਡਿਸਾਈਡ ਕੀਤਾ ਹੋਵੇ। ਮੰਨ ਲਓ ਆਪਾਂ ਨੇ ਫਿਊਚਰ ਦੇ ਲਈ ਆਪਾਂ ਕਹਿਣਾ ਹੋਵੇ ਕਿਸੇ ਨੂੰ ਕਿ ਅਗਲੇ ਸੰਡੇ ਮੈਂ ਪਾਰਟੀ ਕਰ ਰਿਹਾ, ਅਗਲੇ ਐਤਵਾਰ ਮੈਂ ਪਾਰਟੀ ਕਰ ਰਿਹਾ। ਇਹਦਾ ਮਤਲਬ ਆਪਾਂ ਫੇਰ ਹੀ ਅਗਲੇ ਨੂੰ ਡੇਟ ਦੱਸੀ ਵੀ ਅਗਲੇ ਸੰਡੇ ਕਰ ਰਿਹਾ, ਵੀ ਆਪਾਂ ਨੇ ਪਹਿਲਾਂ ਤੋਂ ਡਿਸਾਈਡ ਕੀਤਾ ਹੋਇਆ। ਤਾਂ ਉੱਥੇ ਆਪਾਂ ਬੀ ਗੋਇੰਗ ਟੂ ਜਾਂ ਫਿਰ ਪ੍ਰੈਜ਼ੈਂਟ ਕੰਟੀਨਿਊਸ ਦਾ ਯੂਜ਼ ਕਰਦੇ ਹਾਂ। ਉਹਨਾਂ ਦੇ ਵਿੱਚ ਕੀ ਅੰਤਰ ਹੈ ਉਹ ਤੁਸੀਂ ਉਸ ਐਕਸਰਸਾਈਜ਼ ਦੇ ਵਿੱਚ ਕਰ ਚੁੱਕੇ ਹੋ। ਬਿਲਕੁਲ ਸਿੰਪਲ ਜਿਹਾ। ਜੇਕਰ ਆਪਾਂ ਨੇ ਕਿਸੇ ਕੰਮ ਦੀ ਅਰੇਂਜਮੈਂਟ ਵੀ ਪਹਿਲਾਂ ਤੋਂ ਕਰ ਰੱਖੀ ਹੈ ਫਿਰ ਪ੍ਰੈਜ਼ੈਂਟ ਕੰਟੀਨਿਊਸ, ਅਦਰਵਾਈਜ਼ ਬੀ ਗੋਇੰਗ ਟੂ। ਜ਼ਿਆਦਾਤਰ ਪ੍ਰੈਜ਼ੈਂਟ ਕੰਟੀਨਿਊਸ ਹੀ ਚੱਲੇਗਾ ਆਪਣੀ ਇਸ ਦੇ ਵਿੱਚ। ਸੋ ਤੁਸੀਂ ਨੇ ਪ੍ਰੈਜ਼ੈਂਟ ਕੰਟੀਨਿਊਸ ਉੱਥੇ ਇਹਨਾਂ ਦੇ ਵਿੱਚੋਂ ਚੂਜ਼ ਕਰਨਾ ਹੈ ਜਦੋਂ ਆਪਾਂ ਨੇ ਪਹਿਲਾਂ ਤੋਂ ਅਰੇਂਜਮੈਂਟ ਕਰ ਰੱਖੀ ਹੈ, ਪਹਿਲਾਂ ਤੋਂ ਡਿਸਾਈਡ ਕਰ ਰੱਖਿਆ ਕਿਸੇ ਕੰਮ ਦੇ ਲਈ। ਬਟ ਵਿਲ ਦਾ ਯੂਜ਼ ਆਪਾਂ ਉਦੋਂ ਕਰਦੇ ਹਾਂ ਜਦੋਂ ਆਪਾਂ ਮੌਕੇ ਤੇ ਅਨਾਉਂਸ ਕਰਦੇ ਹਾਂ। ਮਤਲਬ ਕਿ ਆਪਣੇ ਪਹਿਲਾਂ ਤੋਂ ਡਿਸਾਈਡ ਨਹੀਂ ਕੀਤਾ ਹੋਇਆ, ਆਪਾਂ ਸਿਰਫ ਮੌਕੇ ਤੇ ਔਨ ਦਾ ਸਪੋਟ ਹੀ ਆਪਾਂ ਕੋਈ ਜਿਹੜਾ ਆਪਣਾ ਡਿਸੀਜਨ ਹੈ ਅਨਾਉਂਸ ਕਰਦੇ ਹਾਂ ਕਿ ਹਾਂ ਮੈਂ ਤੇਰੇ ਨਾਲ ਜਾਵਾਂਗਾ, ਮੈਂ ਤੈਨੂੰ ਪੈਸੇ ਦੇਵਾਂਗਾ, ਮੈਂ ਤੇਰੀ ਮਦਦ ਕਰਾਂਗਾ। ਤਾਂ ਉੱਥੇ ਆਪਾਂ ਵਿਲ ਦਾ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਵਿਲ ਦੇ ਹੋਰ ਵੀ ਕਈ ਯੂਜ਼, ਜਿਸ ਤਰ੍ਹਾਂ ਕਿਸੇ ਨੂੰ ਕੋਈ ਆਫਰ ਕਰਨਾ, ਕਿਸੇ ਨਾਲ ਐਗਰੀ ਹੋਣਾ, ਸਹਿਮਤ ਹੋਣਾ, ਕਿਸੇ ਨੂੰ ਕੁਝ ਕਰਨ ਦੇ ਲਈ, ਕੰਮ ਕਰਨ ਦੇ ਲਈ ਕਹਿਣਾ, ਤਾਂ ਉਹ ਆਪਾਂ ਜਿਹੜੇ 4-5 ਕੀਤੇ ਸੀ ਉਹ ਰੂਲਸ ਵੀ ਤੁਸੀਂ ਨੇ ਯਾਦ ਰੱਖਣੇ ਨੇ। ਸੋ ਅੱਗੇ ਦੇਖੋ ਕਿਸੇ ਨੂੰ ਪ੍ਰੋਮਿਸ ਕਰਨਾ, ਉੱਥੇ ਵੀ ਆਪਾਂ ਵਿਲ ਦਾ ਯੂਜ਼ ਕਰਦੇ ਹਾਂ। ਸੋ ਦੇਖੋ ਆਪਾਂ ਸਟਾਰਟ ਕਰਦੇ ਹਾਂ। ਪਹਿਲੇ ਦੇ ਵਿੱਚ ਦੇਖੋ ਕੀ ਕਹਿ ਰਿਹਾ, ਕਹਿੰਦਾ ਡਿਡ ਯੂ ਫੋਨ ਲੂਸੀ। ਆਪਣੇ ਤੋਂ ਕੋਈ ਆ ਕੇ ਪੁੱਛ ਰਿਹਾ ਹੈ, ਆਪਣੇ ਕੋਲ ਕੋਈ ਅਚਾਨਕ ਆਇਆ, ਆਪਣੇ ਤੋਂ ਪੁੱਛਿਆ ਕਿ ਤੂੰ ਲੂਸੀ ਨੂੰ ਫੋਨ ਕਰਿਆ, ਤਾਂ ਆਪਾਂ ਕਹਿੰਦੇ ਹਾਂ ਓ ਨੋ। ਓ ਨੋ ਮਤਲਬ ਕਿ ਆਈ ਫੋਰਗਟ। ਕਹਿੰਦਾ ਓ ਨੋ ਮੈਂ ਤਾਂ ਭੁੱਲ ਗਿਆ। ਤਾਂ ਉਸ ਤੋਂ ਬਾਅਦ ਕੀ ਕਹਿ ਰਿਹਾ, ਆਈ ਫੋਨ ਜਾਂ ਫਿਰ ਆਈ ਵਿਲ ਫੋਨ ਹਰ ਨਾਓ। ਮੈਂ ਕਹਿੰਦਾ ਹੁਣ ਉਹਨੂੰ ਫੋਨ ਕਰੂੰਗਾ। ਹੁਣ ਦੇਖੋ ਇਸ ਨੇ ਮੌਕੇ ਤੇ ਡਿਸੀਜਨ ਹੈ ਜਿਹੜਾ ਉਹ ਸੁਣਾਇਆ ਕਿ ਨਹੀਂ ਮੈਂ ਤਾਂ ਫੋਨ ਕਰਨਾ ਭੁੱਲ ਗਿਆ, ਠੀਕ ਹੈ ਮੈਂ ਹੁਣ ਫੋਨ ਕਰੂੰਗਾ। ਜਿਹੜੀ ਇਹ ਸ਼ਬਦ ਨੇ ਇਹਨੇ ਪਹਿਲਾਂ ਤੋਂ ਡਿਸਾਈਡ ਥੋੜੀ ਨਾ ਕਰਿਆ ਸੀ ਕਿ ਮੈਂ ਹਾਂ ਫਿਰ ਫੋਨ ਕਰੂੰਗਾ ਉਹਨੂੰ, ਇਹ ਗੱਲ ਕਹੂੰ ਤੁਹਾਨੂੰ ਮੈਂ ਕਿ ਹਾਂ ਉਸ ਨੂੰ ਮੈਂ ਬਾਅਦ ਚ ਫੋਨ ਕਰੂੰਗਾ। ਇਹ ਤਾਂ ਉਸਨੇ ਮੌਕੇ ਤੇ ਹੀ ਅਨਾਉਂਸ ਕੀਤਾ ਵੀ ਹਾਂ ਮੈਂ ਭੁੱਲ ਗਿਆ, ਠੀਕ ਹੈ ਹੁਣ ਮੈਂ ਉਸ ਨੂੰ ਫੋਨ ਕਰੂੰਗਾ। ਤਾਂ ਕਰਕੇ ਆਪਾਂ ਇੱਥੇ ਵਿਲ ਦਾ ਯੂਜ਼ ਕਰਾਂਗੇ, ਆਈ ਫੋਨ ਦਾ ਨਹੀਂ। ਇਹ ਪ੍ਰੈਜ਼ੈਂਟ ਇੰਡੈਫੀਨੇਟ ਹੈ। ਪ੍ਰੈਜ਼ੈਂਟ ਇੰਡੈਫੀਨੇਟ ਦਾ ਯੂਜ਼ ਆਪਾਂ ਫਿਊਚਰ ਦੇ ਲਈ ਸਿਰਫ ਉਦੋਂ ਕਰਦੇ ਹਾਂ ਜਦੋਂ ਆਪਾਂ ਨੇ ਟਾਈਮਿੰਗ ਦੇ ਬਾਰੇ ਗੱਲ ਕਰਨੀ ਹੋਵੇ। ਕਲੌਕ ਟਾਈਮ ਉਹ ਆਪਾਂ ਪੜ੍ਹਿਆ ਸੀ ਉਹ ਵੀ ਪਿੱਛੇ, ਉਦੋਂ ਆਪਾਂ ਪ੍ਰੈਜ਼ੈਂਟ ਇੰਡੈਫੀਨੇਟ ਦਾ ਯੂਜ਼ ਕਰਨਾ। ਅਦਰਵਾਈਜ਼ ਇੱਥੇ ਵਿਲ ਆਏਗਾ, ਅਨਾਉਂਸ ਕੀਤਾ ਉਸਨੇ। ਬਟ ਅਗਲੇ ਦੇ ਵਿੱਚ ਦੇਖੋ ਕਹਿੰਦਾ ਆਈ ਕਾਂਟ ਮੀਟ ਯੂ ਟਮੋਰੋ। ਇਹ ਗੱਲ ਕਹਿ ਰਿਹਾ, ਕਹਿੰਦਾ ਮੈਂ ਤੈਨੂੰ ਕੱਲ ਨੂੰ ਨਹੀਂ ਮਿਲ ਸਕਦਾ। ਕੱਲ ਨੂੰ ਨਹੀਂ ਮਿਲ ਸਕਦਾ ਕਿਉਂ, ਆਈ ਐਮ ਪਲੇਇੰਗ ਜਾਂ ਫਿਰ ਆਈ ਵਿਲ ਪਲੇ ਟੈਨਿਸ। ਕਹਿੰਦਾ ਕੱਲ ਨੂੰ ਮੈਂ ਟੈਨਿਸ ਖੇਡ ਰਿਹਾ। ਹੁਣ ਦੇਖੋ ਇਸ ਨੇ ਇਹ ਗੱਲ ਕਹੀ ਮੈਂ ਤੈਨੂੰ ਕੱਲ ਨੂੰ ਨਹੀਂ ਮਿਲ ਸਕਦਾ। ਹੁਣ ਆਪਾਂ ਕਿਸੇ ਨੂੰ ਇਹ ਗੱਲ ਉਦੋਂ ਕਹਿੰਦੇ ਆ ਵੀ ਮੈਂ ਤੈਨੂੰ ਕੱਲ ਨੂੰ ਨਹੀਂ ਮਿਲ ਸਕਦਾ, ਕੱਲ ਨੂੰ ਤਾਂ ਮੈਂ ਬਿਜ਼ੀ ਹਾਂ, ਕਿਉਂਕਿ ਆਪਾਂ ਨੇ ਕੋਈ ਕੰਮ ਆਪਣਾ ਡਿਸਾਈਡ ਕਰ ਰੱਖਿਆ ਵੀ ਕੱਲ ਨੂੰ ਤਾਂ ਮੈਂ ਆਹ ਕੰਮ ਕਰੂੰਗਾ। ਇਸ ਲਈ ਕੱਲ ਨੂੰ ਇਸ ਨੇ ਟੈਨਿਸ ਖੇਡਣ ਦਾ ਜਿਹੜਾ ਕੰਮ ਹੈ ਉਹ ਪਹਿਲਾਂ ਤੋਂ ਡਿਸਾਈਡ ਕੀਤਾ ਹੋਇਆ। ਇਸ ਲਈ ਇੱਥੇ ਆਈ ਐਮ ਪਲੇਇੰਗ ਆਏਗਾ, ਆਈ ਵਿਲ ਪਲੇ ਨਹੀਂ ਆਏਗਾ, ਕਿਉਂਕਿ ਪਹਿਲਾਂ ਤੋਂ ਡਿਸਾਈਡਡ ਹੈ। ਤਾਂ ਕਰਕੇ ਉਸਨੇ ਕਿਹਾ ਕਿ ਕੱਲ ਨੂੰ ਮੈਂ ਤੈਨੂੰ ਨਹੀਂ ਮਿਲ ਸਕਦਾ, ਕੱਲ ਨੂੰ ਮੈਂ ਟੈਨਿਸ ਖੇਡ ਰਿਹਾ। ਉਸਨੇ ਡਿਸਾਈਡ ਕਰ ਰੱਖਿਆ ਪਹਿਲਾਂ ਤੋਂ ਹੀ, ਤਾਂ ਹੀ ਜਵਾਬ ਦਿੱਤਾ। ਅੱਗੇ ਥਰਡ ਕਹਿੰਦਾ ਆਈ ਮੀਟ ਜਾਂ ਫਿਰ ਆਈ ਵਿਲ ਮੀਟ ਯੂ ਆਊਟਸਾਈਡ ਦਾ ਹੋਟਲ ਇਨ ਹਾਫ ਐਨ ਆਵਰ। ਅੱਧੇ ਘੰਟੇ ਬਾਅਦ ਕਹਿੰਦਾ ਤੈਨੂੰ ਮੈਂ ਹੋਟਲ ਦੇ ਬਾਹਰ ਮਿਲਦਾ, ਓਕੇ। ਤਾਂ ਕਹਿੰਦਾ ਯੈਸ ਦੈਟਸ ਫਾਈਨ। ਹੁਣ ਦੇਖੋ ਇਹ ਵੀ ਆਪਾਂ ਕਿਸੇ ਨੂੰ ਆਪਣਾ ਡਿਸੀਜਨ ਅਨਾਉਂਸ ਕਰ ਰਹੇ ਹਾਂ। ਆਪਾਂ ਕਿਸੇ ਨੂੰ ਕਹਿ ਰਹੇ ਹਾਂ ਚੱਲ ਮੈਂ ਤੈਨੂੰ ਅੱਧੇ ਘੰਟੇ ਬਾਅਦ ਹੋਟਲ ਦੇ ਬਾਹਰ ਮਿਲਦਾ,
ठीक है, ਤਾਂ ਕਰਕੇ ਇੱਥੇ आई विल आएगा, आई विल मीट। आई मीट ਤਾਂ ਬਿਲਕੁਲ ਨਹੀਂ ਆਏਗਾ। आई मीट ਤਾਂ ਜੇਕਰ ਆਪਾਂ, ਇਹ ਤਾਂ ਪ੍ਰੈਜ਼ੈਂਟ ਇੰਡੈਫੀਨਿਟ ਹੈ, ਜੇਕਰ ਆਪਾਂ ਕਲੌਕ ਟਾਈਮ ਕਿਸੇ ਟਾਈਮਿੰਗ ਦੀ ਗੱਲ ਕਰਦੇ ਵੀ 3 ਵਜੇ ਮਿਲੂੰਗਾ, 4 ਵਜੇ, ਕੀ ਤੂੰ 4 ਵਜੇ ਮੈਨੂੰ ਮਿਲੇਗਾ ਕਿ ਇੰਨੇ ਵਜੇ, ਹੈ ਨਾ, ਤਾਂ ਫਿਰ ਆਪਾਂ ਇੱਥੇ ਪ੍ਰੈਜ਼ੈਂਟ ਇੰਡੈਫੀਨਿਟ ਯੂਜ਼ ਕਰਦੇ ਤਾਂ आई विल मीट। ਚੌਥਾ, आई नीड सम मनी, ਕਹਿੰਦਾ ਮੈਨੂੰ ਕੁਝ ਪੈਸੇ ਦੀ ਜ਼ਰੂਰਤ ਹੈ, ਇਹਨੇ ਕਿਸੇ ਨੂੰ ਕਿਹਾ ਤਾਂ ਮੂਰਲਾ ਬੰਦਾ ਕਹਿੰਦਾ ਜਿਸ ਨੂੰ ਇਸਨੇ ਕਿਹਾ ਉਹ ਕਹਿੰਦਾ ਓਕੇ आई एम लैंडिंग या फिर आई विल लैंड यू सम, मैं तेन कुछ पैसे देवांगा, हाउ मच डू यू नीड, किन्ने पैसों की जरूरत है। हुणे देखो अपने तो कोई आके पैसे मंगदा है, अपने तो कोई पैसे मंगूगा और आप उसनूं पैसे देण वास्ते हाँ करनी होवे कि हाँ कोई गल नहीं मैं दे दूंगा, ਤਾਂ ਤੁਸੀਂ ਇਹ ਸੋਚੋ ਕਿ ਆਪਾਂ ਪਹਿਲਾਂ ਤੋਂ ਡਿਸਾਈਡ ਕੀਤਾ ਹੁੰਦਾ ਵੀ ਆਪਣੇ ਲਵੇ ਕੋਈ ਆਊਗਾ, ਆਪਣੇ ਪਹਿਲਾਂ ਤੋਂ ਹੀ ਡਿਸਾਈਡ ਕਰ ਰੱਖਿਆ ਵੀ ਹਾਂ ਮੈਂ ਤੈਨੂੰ ਪੈਸੇ ਦੇਵਾਂਗਾ, ਹੈ ਨਾ, ਪਹਿਲਾਂ ਤੋਂ ਡਿਸਾਈਡ ਨਹੀਂ ਹੁੰਦਾ, ਆਪਾਂ ਮੌਕੇ ਤੇ ਹੀ ਡਿਸੀਜਨ ਅਨਾਉਂਸ ਕਰਦੇ ਹਾਂ, ਤਾਂ ਇਸ ਲਈ आई एम लैंडिंग नहीं आएगा, आई विल लैंड आएगा। ਪੰਜਵਾਂ, आई एम हैविंग या फिर आई विल हैव अ पार्टी नेक्स्ट सैटरडे, अगले सैटरडे कहना मैं पार्टी कर रहा, आई होप यू कैन कम, मैनू उम्मीद है कि तुसीं आवोगे, तुसीं आ सकते हो, है ना। हुण देखो इन्हें कहा नैक्सट सैटरडे, जिहड़ी पार्टी है कहना मैं पार्टी कर रहा अगले सैटरडे, ਇਹਦਾ मतलब इसने डिसाइड कर रखिया है, ਪਹਿਲਾਂ ਤੋਂ ਅਰੇਂਜਮੈਂਟ ਕੀਤੀ ਹੋਈ ਹੈ, ਪਹਿਲਾਂ ਤੋਂ ਡਿਸਾਈਡ ਕੀਤਾ ਹੋਇਆ, ਤਾਂ ਕਰਕੇ ਡੇਟ ਹੈ ਜਿਹੜੀ ਫਿਕਸ ਰੱਖੀ ਹੋਈ ਹੈ ਨੈਕਸਟ ਸੈਟਰਡੇ, ਤਾਂ ਕਰਕੇ ਇੱਥੇ आई विल हैव नहीं आएगा, आई एम हैविंग आएगा। अगला छेवां, रिमेंबर कहने याद रखियो टू गैट अ न्यूज़पेपर व्हेन यू गो आउट, जो तुसीं बाहर जाओगे कहने न्यूज़पेपर लेके आना है, याद रखियो। तो वो कहंदा ओके आई डोंट फॉरगेट या फिर आई वॉन्ट फॉरगेट, वॉन्ट मतलब कि आई विल नॉट। हुण देखो विल वाले दे विच तुहानूं एक चीज़ मैं करवाई थी, जदों आपां किसी नाल एग्री हुंदे आ किसी दी गल नाल, जिस तरह कि आपां उस दे विच एक एग्जाम्पल कीती सी, पहले ए ने कहा सी कि आ किताब है जी टिम नूं दे दिओ, तो बी कहना कि हाँ कोई गल नहीं मैं किताब टिम नूं दे दूंगा, मतलब एग्री हो गया उस नाल, तो इत्थे भी यह एग्रीमेंट चल रहा है। ये कहते अखबार नहीं भुल के आना, वो कहना ठीक है मैं ले आऊँगा, नहीं भुल के आऊँगा, मतलब एग्री हो गया, तो किसी नाल एग्री होना तो आप विल का यूज़ करते हैं, तो नैगेटिव च आऊगा, तां करके विल नॉट, आई डोंट फॉरगेट नहीं, आई विल नॉट फॉरगेट। सतवां, वट टाइम डज योर ट्रेन लीव, तुहाडी ट्रेन है जी किन्ने बजे मतलब लीव किन्ने बजे निकलूगी, या फिर विल योर ट्रेन लीव टुमोरो। हुण देखो ट्रेन दे जाण दी गल हो रही है, टाइमिंग की गल हो रही है, किन्ने बजे टाइम, तो जो टाइम की गल होंदी आपां प्रेजेंट इंडेफिनिट का यूज़ करते हैं, और यह इंटैरोगेटिव है मतलब डू डज अगे आ गया, प्रेजेंट इंडेफिनिट दे विच फिर सब्जैक्ट फिर वर्ब, तां करके डज योर ट्रेन ये आएगा, क्योंकि टाइमिंग की गल हो रही है, विल नहीं आएगा, तो इत्थे विल रॉन्ग है, टाइमिंग की गल हो रही है ट्रेन जाण दी, बस का टाइम, ट्रेन का टाइम, प्लेन का टाइम, तो उत्थे आपां प्रेजेंट इंडेफिनिट का यूज़ करते हैं फ्यूचर के लिए। अठवां, आई आस्क्ड सुई, मैं सुई नूं पुछया वट हैपन्ड की गल हुई, बट शी डजंट टेल या फिर वॉन्ट टेल मी। हुण देखो आई आस्क्ड सुई पास्ट की गल सी, तो इत्थे बट शी डजंट टेल, तो प्रेजेंट तो बिल्कुल आ नहीं सकता, या तो शी डिडंट टेल आउंदा, फिर ऑप्शन उहदे नाल वॉन्ट दी ये दिंदा ही नहीं सी। इत्थे प्रेजेंट इंडेफिनिट है, प्रेजेंट इंडेफिनिट तो बिल्कुल नहीं आ सकता, इट मीनस वॉन्ट टेल मी ही आएगा। अगला नौवां, आर यू डूइंग या फिर विल यू डू एनीथिंग टुमोरो इवनिंग, कि कल नूं तुसीं कुछ कर रहे हो, वो कहंदा नो आई एम फ्री वाई। हुण देखो आपां उस तो पुछ रहे हैं कि कल नूं तुसीं कुछ कर रहे हो, टुमोरो इवनिंग दे बारे पुछ रहे हां। हुण जेकर आपां किसी तो किसी दी कल दी प्रोग्राम बारे पुछांगे, आउण वाले कल दे, इहदा मतलब आपां उस तो उसदी अरेंजमेंट पुछ रहे हां भी तू कल नूं कुछ करन वास्ते डिसाइड तो नहीं किया होया पहलां तो, मतलब कि आपां उसदी अरेंजमेंट बारे इत्थे पुछ रहे हां, तां करके आर यू डूइंग आएगा, विल यू डू नहीं, आर यू डूइंग। अगे 10वां, आई डोंट वॉन्ट टू गो आउट अलोन, मैं बाहर कल्ला नहीं जाना चाहता, डू यू कम या फिर विल यू कम विद मी। जेकर ये थोड़े याद होवे, हुण इस सेंटेंस दे विच की गल हो रही है, आपां विल वाले दे विच कीता सी किसे नूं कुछ करन दे लई कहना, किसी नूं कुछ करन दे लई कहना, वो अक्सर विल यू तो स्टार्ट हुंदे सी, आपां लास्ट दे विच कीते सीगे पिछली एक्सरसाइज आई थिंक 20 या फिर 19 होएगी शायद। तो किसी नूं कुछ करन दे लई कहना, जिस तरह विल यू शट द डोर, मतलब किसी नूं दरवाजा बंद की तुसीं दरवाजा बंद करोगे, विल यू ओपन द विंडो, इस तरह किसी नूं कुछ काम करन दे लई कहना। तो इत्थे भी किसी नूं कुछ काम करन दे लई कहा जा रहा है कि मैं बाहर कल्ला नहीं जाऊँगा, विल यू कम विद मी, कि तुसीं मेरे नाल आओगे, तां करके इत्थे डू यू कम नहीं, इत्थे हैगा विल यू कम विद मी। सो आई होप कि इस बिल्कुल आसान है, इस दे विच तुसीं ने सिर्फ 19 नंबर यूनिट 20 नंबर यूनिट, वो यूनिट भी दोनों ही चंगी तरह उन्हां दे रूल्स ने जिहड़े एक बार अखां दे सामने लियाउणे ने, उस तो बाद तुसीं आसानी दे नाल ये जिहड़ी यूनिट दा ये एक्सरसाइज दा पार्ट है जिहड़ा तुसीं आसानी नाल कर सकोगे। सो ये सी अपनी इस यूनिट दा अपना पार्ट 3।
ਐਂਡ ਹੁਣ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਾਂਗੇ। ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, what do you say in these situations, ਇਹਨਾਂ ਸਿਚੁਏਸ਼ਨਸ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ। ਹਾਲਾਂਕਿ ਆਨਸਰ ਮੈਂ ਪਹਿਲਾਂ ਤੋਂ ਲਿਖ ਦਿੱਤੇ ਨੇ, ਕਿਸ ਤਰ੍ਹਾਂ ਆਏ ਉਹ ਆਪਾਂ ਬਾਅਦ ਚ ਡਿਸਕਸ ਕਰਾਂਗੇ। ਜੋ ਬਲੂ ਨਾਲ ਲਿਖੇ ਨੇ ਉਹ ਆਨਸਰ ਨੇ, ਉੱਪਰ ਸਿਚੁਏਸ਼ਨ ਦਿੱਤੀਆਂ ਹੋਈਆਂ ਨੇ। ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਸਿਚੁਏਸ਼ਨਸ ਦੇ ਵਿੱਚ। ਰਾਈਟ ਸੈਂਟੈਂਸਸ ਵਿਦ ਸ਼ੈਲ ਆਈ ਔਰ ਸ਼ੈਲ ਵੀ। ਹੁਣ ਆਪਾਂ ਸ਼ੈਲ ਆਈ ਤੇ ਸ਼ੈਲ ਵੀ ਦਾ ਯੂਜ਼ ਕਰਨਾ ਹੈ। ਪਿੱਛੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਰੂਲਸ, ਸ਼ੈਲ ਆਈ ਤੇ ਸ਼ੈਲ ਵੀ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ। ਆਪਾਂ ਸ਼ੈਲ ਆਈ ਤੇ ਸ਼ੈਲ ਵੀ ਦਾ ਯੂਜ਼ ਉਦੋਂ ਕਰਦੇ ਹਾਂ ਜਦੋਂ ਆਪਾਂ ਕਿਸੇ ਦੀ ਕੋਈ ਸਲਾਹ ਲੈਣੀ ਹੋਵੇ ਜਾਂ ਕਿਸੇ ਨੂੰ ਕੁਝ ਆਫਰ ਦੇਣਾ ਹੋਵੇ, ਹੈ ਨਾ। ਜਿਸ ਤਰ੍ਹਾਂ ਕਿ ਆਪਾਂ ਕਿਸੇ ਨੂੰ ਕਹਿਣਾ ਹੋਵੇ ਸ਼ੈਲ ਆਈ ਸ਼ਟ ਦ ਡੋਰ, ਕੀ ਮੈਂ ਦਰਵਾਜ਼ਾ ਬੰਦ ਕਰ ਦੇਵਾਂ, ਤਾਂ ਇਹ ਆਪਾਂ ਕਿਸੇ ਨੂੰ ਆਫਰ ਦੇ ਰਹੇ ਹਾਂ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਦਰਵਾਜ਼ਾ ਬੰਦ ਕਰਾਂ। ਬਟ ਜੇਕਰ ਆਪਾਂ ਇਹ ਕਹਿਣਾ ਕਿਸੇ ਨੂੰ ਵਿਲ ਯੂ ਸ਼ਟ ਦ ਡੋਰ, ਤਾਂ ਆਪਾਂ ਕਿਸੇ ਦੂਸਰੇ ਨੂੰ ਕੁਝ ਕਰਨ ਦੇ ਲਈ ਕਹਿੰਦੇ ਹਾਂ। ਇਸ ਲਈ ਸ਼ੈਲ ਆਈ ਆਪ ਖੁਦ ਕੋਈ ਕੰਮ ਕਰਨ ਦੇ ਲਈ ਕਿਸੇ ਨੂੰ ਪੁੱਛਣਾ, ਕਿਸੇ ਦੀ ਸਲਾਹ ਲੈਣੀ। ਸ਼ੈਲ ਆਈ ਸ਼ਟ ਦ ਡੋਰ, ਸ਼ੈਲ ਆਈ ਕਲੋਜ਼ ਦ ਵਿੰਡੋ, ਸ਼ੈਲ ਆਈ ਓਪਨ ਦ ਡੋਰ, ਇਸ ਤਰ੍ਹਾਂ। ਸ਼ੈਲ ਵੀ ਗੋ ਨਾਓ, ਕਿ ਤੁਹਾਨੂੰ ਹੁਣ ਜਾਣਾ ਚਾਹੀਦਾ, ਮਤਲਬ ਕਿ ਸਲਾਹ ਲੈਣੀ। ਤਾਂ ਜੇਕਰ ਦੋ ਜਣੇ ਨੇ ਸ਼ੈਲ ਵੀ, ਜੇਕਰ ਇੱਕ ਜਣਾ ਹੈ ਤਾਂ ਸ਼ੈਲ ਆਈ। ਦੋ ਜਾਂ ਦੋ ਤੋਂ ਵੱਧ ਨੇ ਸ਼ੈਲ ਵੀ। ਹੁਣ ਦੇਖੋ ਬਣਾਉਣੇ ਕਿਸ ਤਰ੍ਹਾਂ ਨੇ, ਸਟਰਕਚਰ ਇਹ ਰੱਖਣਾ ਹੈ। ਜੇ ਤਾਂ ਡਬਲ ਐਚ ਫੈਮਿਲੀ ਵੀ ਆਏਗਾ, ਮਤਲਬ ਕਿ ਆਪਾਂ ਕਿਸੇ ਤੋਂ ਇਹ ਪੁੱਛਣਾ ਚਾਹੁੰਦੇ ਆ ਕਿੱਥੇ, ਕੀ, ਕਿਉਂ, ਹੈ ਨਾ। ਫਿਰ ਤਾਂ ਆਪਾਂ ਅੱਗੇ ਡਬਲ ਐਚ ਫੈਮਿਲੀ ਆ ਜਾਏਗਾ, ਵਾਈ, ਵਟ, ਵੇਅਰ, ਇਸ ਤਰ੍ਹਾਂ। ਉਸ ਤੋਂ ਅੱਗੇ ਤੁਸੀਂ ਸਟਾਰਟ ਕਰਨਾ ਸ਼ੈਲ ਆਈ ਜਾਂ ਫਿਰ ਸ਼ੈਲ ਵੀ, ਅਕੋਰਡਿੰਗ ਟੂ ਆਪਣੇ ਪਰਸਨ, ਇੱਕ ਨੇ ਜਾਂ ਦੋ ਨੇ, ਪਲੂਰਲ ਹੈ ਜਾਂ ਸਿੰਗੂਲਰ ਹੈ। ਸ਼ੈਲ ਆਈ ਸ਼ੈਲ ਵੀ। ਉਸ ਤੋਂ ਬਾਅਦ ਜਿਹੜਾ ਕੰਮ, ਜਿਸ ਕੰਮ ਦੀ ਗੱਲ ਹੋ ਰਹੀ ਹੈ ਆਪਾਂ ਨੂੰ ਪਤਾ ਚੱਲੇਗਾ ਆਰਾਮ ਨਾਲ ਪੜ੍ਹ ਕੇ, ਤਾਂ ਵਰਬ ਦੀ ਫਸਟ ਫਾਰਮ। ਜੇਕਰ ਉਸ ਤੋਂ ਅੱਗੇ ਕੋਈ ਆਬਜੈਕਟਿਵ ਪਾਰਟ ਲਾਉਣ ਦੀ ਜ਼ਰੂਰਤ ਹੈ ਉਹ ਆਪਾਂ ਲਾਵਾਂਗੇ। ਦੇਖੋ ਸਟਾਰਟ ਕਰਦੇ ਹਾਂ। ਪਹਿਲਾ ਕਹਿੰਦਾ ਯੂ ਐਂਡ ਅ ਫਰੈਂਡ। ਸਾਰੀਆਂ ਗੱਲਾਂ ਤੁਸੀਂ ਨੇ ਧਿਆਨ ਨਾਲ ਪੜ੍ਹਨੀਆਂ ਨੇ। ਯੂ ਐਂਡ ਅ ਫਰੈਂਡ, ਤੁਸੀਂ ਅਤੇ ਤੁਹਾਡਾ ਇੱਕ ਦੋਸਤ, ਦੋ ਜਣੇ ਹੋ ਗਏ, ਹੈ ਨਾ। ਇਹ ਗੱਲ ਯਾਦ ਰੱਖਣੀ ਹੈ। ਵਾਂਟ ਟੂ ਡੂ ਸਮਥਿੰਗ ਦਿਸ ਈਵਨਿੰਗ, ਇਸ ਈਵਨਿੰਗ ਕੁਝ ਕਰਨਾ ਚਾਹੁੰਦੇ ਹੋ। ਤੁਸੀਂ ਅਤੇ ਤੁਹਾਡਾ ਦੋਸਤ ਇਸ ਈਵਨਿੰਗ ਕੁਝ ਨਾ ਕੁਝ ਕਰਨਾ ਚਾਹੁੰਦੇ ਹੋ। ਬਟ ਯੂ ਡੋਂਟ ਨੋ ਵਟ, ਪਰ ਤੁਹਾਨੂੰ ਨਹੀਂ ਪਤਾ ਕੀ ਕਰਨਾ ਚਾਹੁੰਦੇ ਹੋ। ਇਸ ਲਈ ਹੁਣ ਯੂ ਆਸਕ ਯੂਅਰ ਫਰੈਂਡ, ਇਸ ਲਈ ਆਪਾਂ ਹੁਣ ਆਪਣੇ ਫਰੈਂਡ ਤੋਂ ਕੀ ਪੁੱਛਾਂਗੇ। ਦੇਖੋ ਆਪਾਂ ਨੂੰ ਸਿਚੁਏਸ਼ਨ ਦੇਤੀ ਕਿ ਤੁਸੀਂ ਅਤੇ ਤੁਹਾਡਾ ਦੋਸਤ ਇਸ ਈਵਨਿੰਗ ਕੁਝ ਕਰਨਾ ਚਾਹੁੰਦੇ ਹੋ, ਪਰ ਤੁਹਾਨੂੰ ਇਹ ਨਹੀਂ ਪਤਾ ਕੀ ਕਰਨਾ ਚਾਹੁੰਦੇ ਹੋ। ਤਾਂ ਇਸ ਲਈ ਆਪਾਂ ਆਪਣੇ ਦੋਸਤ ਤੋਂ ਕੀ ਪੁੱਛਾਂਗੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ, ਜਾਂ ਫਿਰ ਆਪਾਂ ਕੀ ਕਰਾਂਗੇ। ਕੀ ਕਰਾਂਗੇ ਮਤਲਬ ਕਿ ਵਟ ਤੋਂ ਸਟਾਰਟ ਹੋਏਗਾ ਡਬਲ ਐਚ ਫੈਮਿਲੀ। ਤਾਂ ਕਰਕੇ ਦੇਖੋ ਵਟ, ਉਸ ਤੋਂ ਬਾਅਦ ਆਪਾਂ ਦੋ ਜਣੇ ਆ, ਦੋਸਤ ਹੋਏਗਾ ਇੱਕ ਆਪਣਾ, ਇੱਕ ਆਪਾਂ, ਦੋ ਜਣੇ। ਸ਼ੈਲ ਵੀ, ਵਟ ਸ਼ੈਲ ਵੀ, ਵਟ ਸ਼ੈਲ ਵੀ। ਇਸ ਤੋਂ ਬਾਅਦ ਪੁੱਛਣਾ ਕੀ ਹੈ, ਕਰਨ ਵਾਸਤੇ ਕਿ ਆਪਾਂ ਕੀ ਕਰਾਂਗੇ। ਮੇਨ ਵਰਬ ਕੀ ਹੈ, ਕਰਨਾ, ਡੂ। ਤਾਂ ਵਟ ਸ਼ੈਲ ਵੀ ਡੂ ਦਿਸ ਈਵਨਿੰਗ, ਦਿਸ ਈਵਨਿੰਗ ਨਾਲ ਆ ਜਾਏਗਾ ਦਿਸ ਈਵਨਿੰਗ, ਆਬਜੈਕਟਿਵ ਪਾਰਟ, ਕੁਐਸਚਨ ਮਾਰਕ। ਸੋ ਇਸ ਤਰ੍ਹਾਂ ਬਣਨਗੇ। ਅੱਗੇ ਦੇਖੋ ਸੈਕਿੰਡ, ਯੂ ਟਰਾਈ ਔਨ ਅ ਜੈਕਟ ਇਨ ਅ ਸ਼ਾਪ। ਤੁਸੀਂ ਨੇ ਦੁਕਾਨ ਦੇ ਵਿੱਚ ਜੈਕਟ ਹੈ ਜਿਹੜੀ ਉਹ ਮਤਲਬ ਟਰਾਈ ਕਰਦੇ ਹੋ, ਤੁਸੀਂ ਆਪਣੇ ਪਾ ਕੇ ਦੇਖਦੇ ਹੋ। ਯੂ ਆਰ ਨਾਟ ਸ਼ੋਰ, ਤੁਸੀਂ ਸ਼ੋਰ ਨਹੀਂ ਹੈਗੇ ਵੈਦਰ ਟੂ ਬਾਈ ਇਟ ਔਰ ਨਾਟ, ਤੁਸੀਂ ਸ਼ੋਰ ਨਹੀਂ ਹੈਗੇ ਕਿ ਇਸ ਜੈਕਟ ਨੂੰ ਖਰੀਦਣਾ ਚਾਹੀਦਾ ਜਾਂ ਫਿਰ ਖਰੀਦਣਾ ਨਹੀਂ ਚਾਹੀਦਾ। ਹੁਣ ਆਪਾਂ ਸਿਰਫ ਕੀ ਪੁੱਛਾਂਗੇ, ਆਪਾਂ ਸਿਰਫ ਇਹ ਗੱਲ ਕਹਾਂਗੇ ਕਿ ਮੈਨੂੰ ਇਹ ਜੈਕਟ ਖਰੀਦਣੀ ਚਾਹੀਦੀ ਹੈ, ਕਿਉਂਕਿ ਆਪਾਂ ਇਕੱਲੇ ਜਾਣੇ ਆ। ਕੀ ਮੈਨੂੰ ਇਹ ਜੈਕਟ ਖਰੀਦਣੀ ਚਾਹੀਦੀ ਹੈ, ਡਬਲ ਐਚ ਫੈਮਿਲੀ ਦਾ ਕੋਈ ਮੈਂਬਰ ਨਹੀਂ ਹੈਗਾ, ਸਿਰਫ ਆਪਾਂ ਕੀ ਮੈਨੂੰ ਇਹ ਜੈਕਟ ਖਰੀਦਣੀ ਚਾਹੀਦੀ ਹੈ। ਜੇਕਰ ਇਹ ਹੁੰਦਾ ਮੈਨੂੰ ਕੀ ਖਰੀਦਣਾ ਚਾਹੀਦਾ ਜਾਂ ਮੈਨੂੰ ਕਦੋਂ ਖਰੀਦਣਾ ਚਾਹੀਦਾ, ਫਿਰ ਡਬਲ ਐਚ ਫੈਮਿਲੀ ਦਾ ਹੁੰਦਾ। ਹੁਣ ਸਿਰਫ ਆਪਾਂ ਇਹ ਪੁੱਛਾਂਗੇ, ਤੁਸੀਂ ਨੇ ਜੈਕਟ ਟਰਾਈ ਕੀਤੀ ਦੁਕਾਨ ਦੇ ਵਿੱਚ, ਪਰ ਤੁਸੀਂ ਸ਼ੋਰ ਨਹੀਂ ਹੈਗੇ ਕਿ ਇਹ ਖਰੀਦੀਏ ਜਾਂ ਨਹੀਂ ਖਰੀਦੀਏ। ਹੁਣ ਆਪਾਂ ਕਿਸੇ ਤੋਂ ਸੁਜੈਸ਼ਨ ਲੈਂਦੇ ਹਾਂ ਕਿ ਮੈਨੂੰ ਇਹ ਜੈਕਟ ਖਰੀਦਣੀ ਚਾਹੀਦੀ ਹੈ, ਤਾਂ ਸ਼ੈਲ ਆਈ ਤੋਂ ਸਟਾਰਟ ਹੋਏਗਾ। ਤਾਂ ਐਡਵਾਈਸ ਲੈ ਰਹੇ ਆਪਾਂ, ਦੇਖੋ ਤਾਂ ਸ਼ੈਲ ਆਈ, ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ। ਆਪਾਂ ਕੀ ਐਡਵਾਈਸ ਕਾਹਦੇ ਵਾਸਤੇ ਲੈ ਰਹੇ ਹਾਂ, ਖਰੀਦਣ ਵਾਸਤੇ, ਵੀ ਉਹਨੂੰ ਖਰੀਦਣੀ ਚਾਹੀਦੀ ਹੈ। ਵਰਬ ਦੀ ਮੇਨ ਫਾਰਮ ਬਾਏ, ਸ਼ੈਲ ਆਈ ਬਾਏ ਇਟ ਜਾਂ ਸ਼ੈਲ ਆਈ ਬਾਏ ਦਿਸ ਜੈਕਟ, ਕੁਝ ਵੀ ਕਹਿ ਸਕਦੇ ਹੋ। ਸ਼ੈਲ ਆਈ ਬਾਏ ਇਟ, ਕੁਐਸਚਨ ਮਾਰਕ। ਥਰਡ, ਇਟਸ ਹੈਲਨਸ ਬਰਥਡੇ ਨੈਕਸਟ ਵੀਕ, ਅਗਲੇ ਹਫਤੇ ਹੈਲਨ ਦਾ ਬਰਥਡੇ ਹੈ। ਯੂ ਵਾਂਟ ਟੂ ਗਿਵ ਹਰ ਅ ਪ੍ਰੈਜ਼ੈਂਟ, ਤੁਸੀਂ ਉਸ ਨੂੰ ਇੱਕ ਗਿਫਟ ਦੇਣਾ ਚਾਹੁੰਦੇ ਹੋ, ਪ੍ਰੈਜ਼ੈਂਟ ਦੇਣਾ ਚਾਹੁੰਦੇ ਹੋ, ਤੋਹਫਾ ਦੇਣਾ ਚਾਹੁੰਦੇ ਹੋ। ਬਟ ਯੂ ਡੋਂਟ ਨੋ ਵਟ, ਪਰ ਤੁਹਾਨੂੰ ਨਹੀਂ ਪਤਾ ਕਿ ਕੀ ਦੇਈਏ। ਹੁਣ ਆਪਾਂ ਸਲਾਹ ਲਵਾਂਗੇ ਕਿਸੇ ਦੂਸਰੇ ਤੋਂ, ਐਡਵਾਈਸ ਲਵਾਂਗੇ। ਆਪਾਂ ਦੂਸਰੇ ਨੂੰ ਕੀ ਕਹਿ ਕੇ ਐਡਵਾਈਸ ਲਵਾਂਗੇ, ਆਪਾਂ ਆਪਣੇ ਦੋਸਤ ਨੂੰ ਗਿਫਟ ਦੇਣਾ ਚਾਹੁੰਦੇ ਆ, ਪਰ ਆਪਾਂ ਨੂੰ ਇਹ ਪਤਾ ਨਹੀਂ ਕਿ ਕੀ ਦੇਈਏ। ਤਾਂ ਜਦੋਂ ਆਪਾਂ ਆਪਣੇ ਦੋਸਤ ਤੋਂ ਸਲਾਹ ਲਵਾਂਗੇ ਤਾਂ ਆਪਾਂ ਕੀ ਕਹਾਂਗੇ ਕਿ ਮੈਨੂੰ ਹੈਲਨ ਨੂੰ ਕੀ ਦੇਣਾ ਚਾਹੀਦਾ, ਵੀ ਮੈਨੂੰ ਹੈਲਨ ਨੂੰ ਕੀ ਪ੍ਰੈਜ਼ੈਂਟ ਦੇਣਾ ਚਾਹੀਦਾ। ਕੀ ਪ੍ਰੈਜ਼ੈਂਟ, ਵਟ, ਤਾਂ ਵਟ ਤੋਂ ਸਟਾਰਟ ਹੋਏਗਾ, ਤਾਂ ਕਿ ਵਟ। ਉਸ ਤੋਂ ਬਾਅਦ ਆਪਾਂ ਪੁੱਛ ਰਹੇ ਹਾਂ ਇੱਕ ਜਣਾ ਸ਼ੈਲ ਆਈ, ਵਟ ਸ਼ੈਲ ਆਈ। ਹੁਣ ਆਪਾਂ ਤੋਹਫਾ ਦੇਣ ਦੀ ਗੱਲ ਕਰ ਰਹੇ ਹਾਂ, ਤਾਂ ਵਰਬ ਗਿਵ, ਕਿਸੇ ਨੂੰ ਦੇਣਾ ਤਾਂ ਗਿਵ। ਉਸ ਤੋਂ ਬਾਅਦ ਕਿਸ ਨੂੰ, ਹੈਲਨ, ਤਾਂ ਵਟ ਸ਼ੈਲ ਆਈ ਗਿਵ ਹੈਲਨ, ਮੈਨੂੰ ਹੈਲਨ ਨੂੰ ਕੀ ਦੇਣਾ ਚਾਹੀਦਾ ਫॉर ਹਰ ਬਰਥਡੇ, ਉਸਦੇ ਬਰਥਡੇ ਦੇ ਲਈ। ਜਾਂ ਫਿਰ ਇਸ ਤਰ੍ਹਾਂ ਵੀ ਬਣਾ ਸਕਦੇ ਹੋ, ਵਟ ਸ਼ੈਲ ਆਈ ਗਿਵ ਹੈਲਨ
फॉर हर बर्थडे प्रेजेंट, फॉर हर बर्थडे प्रेजेंट, कोई प्रॉब्लम नहीं, किस तरह भी आ जाएगा। चौथा, यू एंड अ फ्रेंड आर गोइंग ऑन हॉलीडे टूगैदर, ਤੁਸੀਂ ਅਤੇ ਤੁਹਾਡਾ ਦੋਸਤ, ਹੁਣ ਦੋ ਜਣੇ ਹੋ, ਦੇਖੋ ਦੋਨੇ ਹੀ ਹੌਲੀਡੇ ਟੂਗੈਦਰ ਇਕੱਠੇ ਛੁੱਟੀਆਂ ਤੇ ਜਾ ਰਹੇ ਹੋ, ਬਟ ਯੂ ਹੈਵ ਟੂ ਡਿਸਾਈਡ ਵੇਅਰ, ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਕਿੱਥੇ, ਕਿ ਆਪਾਂ ਛੁੱਟੀਆਂ ਤੇ ਆਪਾਂ ਨੂੰ ਕਿੱਥੇ ਜਾਣਾ ਚਾਹੀਦਾ। ਹੁਣ ਆਪਾਂ ਕਿੱਥੇ, ਆਪਾਂ ਆਪਣੇ ਦੋਸਤ ਤੋਂ ਪੁੱਛਾਂਗੇ, ਆਪਾਂ ਦੋ ਜਣੇ ਜਾ ਰਹੇ ਹਾਂ, ਤਾਂ ਜਦੋਂ ਆਪਣੇ ਦੋਸਤ ਤੋਂ ਪੁੱਛਾਂਗੇ ਉਹ ਵੀ ਨਾਲ ਜਾ ਰਿਹਾ, ਤੁਸੀਂ ਵੀ ਜਾ ਰਹੇ ਹੋ, ਤਾਂ ਦੋਨੇ ਮਿਲਾ ਕੇ ਹੋ ਗਏ ਅਸੀਂ ਵੀ, ਤਾਂ ਆਪਾਂ ਕਹਾਂਗੇ ਸਾਨੂੰ ਕਿੱਥੇ ਜਾਣਾ ਚਾਹੀਦਾ, ਕਿੱਥੇ, ਵੇਅਰ ਪਹਿਲਾਂ, ਤਾਂ ਉਸ ਤੋਂ ਬਾਅਦ ਸ਼ੈਲ ਵੀ, ਵੇਅਰ ਸ਼ੈਲ ਵੀ ਗੋ ਔਨ ਹੌਲੀਡੇ, ਵੇਅਰ ਸ਼ੈਲ ਵੀ ਗੋ ਔਨ ਹੌਲੀਡੇ, ਸਾਨੂੰ ਛੁੱਟੀਆਂ ਤੇ ਕਿੱਥੇ ਜਾਣਾ ਚਾਹੀਦਾ। ਪੰਜਵਾਂ, ਯੂ ਐਂਡ ਅ ਫਰੈਂਡ ਆਰ ਗੋਇੰਗ ਆਊਟ, ਤੁਸੀਂ ਤੇ ਤੁਹਾਡਾ ਦੋਸਤ ਬਾਹਰ ਜਾ ਰਹੇ ਹੋ, ਇਹ ਵੀ ਦੇਖੋ ਹੁਣ ਕੀ ਹੋ ਗਿਆ, ਦੋ ਜਣੇ ਹੋ ਗਏ, ਤੁਸੀਂ ਤੇ ਤੁਹਾਡਾ ਦੋਸਤ। ਯੂ ਹੈਵ ਟੂ ਡਿਸਾਈਡ, ਹੁਣ ਤੁਸੀਂ ਨੇ ਡਿਸਾਈਡ ਕਰਨਾ ਹੈ ਵੈਦਰ ਟੂ ਗੋ ਬਾਈ ਕਾਰ ਔਰ ਟੂ ਵਾਕ, ਕਾਰ ਤੇ ਚੱਲੀਏ ਜਾਂ ਫਿਰ ਤੁਰ ਕੇ ਚੱਲੀਏ। ਹੁਣ ਆਪਣੇ ਦੋਸਤ ਨਾਲ ਆਪਾਂ ਇਹ ਸਲਾਹ ਕਰਾਂਗੇ ਕਿ ਸਾਨੂੰ ਕਾਰ ਤੇ ਜਾਣਾ ਚਾਹੀਦਾ ਹੈ ਜਾਂ ਫਿਰ ਸਾਨੂੰ ਤੁਰ ਕੇ ਜਾਣਾ ਚਾਹੀਦਾ ਹੈ। ਇਹਨਾਂ ਨੇ ਆਪਾਂ ਨੂੰ ਵਿਚਾਲੇ ਔਰ ਵੀ ਦਿੱਤਾ ਹੈ ਉਸ ਦੇ ਉੱਪਰ, ਤਾਂ ਪਹਿਲਾਂ ਆਪਾਂ ਪੁੱਛਾਂਗੇ ਕੀ ਸਾਨੂੰ ਕਾਰ ਤੇ ਜਾਣਾ ਚਾਹੀਦਾ ਜਾਂ ਫਿਰ ਸਾਨੂੰ ਤੁਰ ਕੇ ਜਾਣਾ ਚਾਹੀਦਾ, ਤਾਂ ਬਿਲਕੁਲ ਈਜ਼ੀ ਹੈ, ਸ਼ੈਲ ਵੀ ਗੋ ਬਾਈ ਕਾਰ ਔਰ ਸ਼ੈਲ ਵੀ ਵਾਕ, ਜਾਂ ਫਿਰ ਸਾਨੂੰ ਤੁਰਨਾ ਚਾਹੀਦਾ, ਠੀਕ ਹੈ ਨਾ। ਹੁਣ ਇੱਥੇ ਸ਼ੈਲ ਵੀ ਗੋ ਬਾਈ ਵਾਕ ਤਾਂ ਨਹੀਂ ਸਕਦਾ, ਗੋ ਬਾਈ ਵਾਕ ਤਾਂ ਕੋਈ ਸੈਂਸ ਹੀ ਨਹੀਂ ਬਣਨੀ, ਗੋ ਵੀ ਜਾਣਾ, ਵਾਕ ਵੀ ਤੁਰਨਾ, ਤਾਂ ਵਾਕ ਕੱਲੀ ਵਰਬ ਦੀ ਫਾਰਮ ਵਾਕ ਹੀ ਆਏਗੀ। ਤਾਂ ਇਸ ਤਰ੍ਹਾਂ ਹੈਗਾ, ਸ਼ੈਲ ਵੀ ਗੋ ਬਾਈ ਕਾਰ, ਸਾਨੂੰ ਕਾਰ ਤੇ ਜਾਣਾ ਚਾਹੀਦਾ, ਔਰ ਜਾਂ ਫਿਰ ਸ਼ੈਲ ਵੀ ਵਾਕ, ਜਾਂ ਫਿਰ ਸਾਨੂੰ ਚੱਲਣਾ ਚਾਹੀਦਾ। ਛੇਵਾਂ, ਯੋਰ ਫਰੈਂਡ ਵਾਂਟਸ ਯੂ, ਤੁਹਾਡਾ ਫਰੈਂਡ ਚਾਹੁੰਦਾ ਹੈ, ਵਾਂਟਸ ਟੂ ਕਮ ਐਂਡ ਸੀ ਹਰ, ਤੁਹਾਡਾ ਦੋਸਤ ਚਾਹੁੰਦਾ ਵੀ ਤੁਸੀਂ ਆਓ ਤੇ ਉਸ ਨੂੰ ਮਿਲੋ। ਯੂ ਡੋਂਟ ਨੋ, ਪਰ ਤੁਹਾਨੂੰ ਨਹੀਂ ਪਤਾ, ਵਟ ਟਾਈਮ ਟੂ ਕਮ, ਵੀ ਕਦੋਂ ਆਉਣਾ ਹੈ, ਪਰ ਤੁਹਾਨੂੰ ਨਹੀਂ ਪਤਾ ਕਿ ਕਦੋਂ ਆਉਣਾ ਹੈ। ਹੁਣ ਦੇਖੋ, ਯੂ ਆਸਕ ਹਰ, ਤੁਸੀਂ ਉਸ ਨੂੰ ਪੁੱਛਦੇ ਹੋ ਵਟ ਟਾਈਮ ਸ਼ੈਲ ਆਈ ਕਮ, ਮੈਂ ਕਿਸ ਸਮੇਂ ਆਵਾਂ, ਕਿਉਂਕਿ ਵਟ ਟਾਈਮ ਤੁਹਾਨੂੰ ਪਤਾ ਨਹੀਂ ਹੈ ਕਿਸ ਸਮੇਂ ਤੁਸੀਂ ਨੇ ਆਉਣਾ, ਤਾਂ ਆਪਾਂ ਉਸ ਤੋਂ ਇਹੀ ਪੁੱਛਾਂਗੇ ਨਾ ਕਿ ਮੈਂ ਕਿਸ ਟਾਈਮ ਆ ਸਕਦਾ, ਮੈਂ ਕਿਸ ਟਾਈਮ ਆਵਾਂ, ਵੀ ਤੂੰ ਫ੍ਰੀ ਵੀ ਹੋਵੇਂ ਨਾ ਉਸ ਟਾਈਮ, ਤਾਂ ਵਟ ਟਾਈਮ ਸ਼ੈਲ ਆਈ ਕਮ, ਮੈਨੂੰ ਕਿਸ ਸਮੇਂ ਆਉਣਾ ਚਾਹੀਦਾ, ਇਸ ਮੁਤਾਬਕ ਸਾਰੇ ਬਣਨਗੇ। ਇਹ ਬਿਲਕੁਲ ਈਜ਼ੀ ਹੈ, ਇਸ ਨੂੰ ਸਿਰਫ ਇੱਕ ਤਰ੍ਹਾਂ ਤੁਸੀਂ ਕਰ ਲਿਓ, ਯਾਦ ਹੀ ਕਰ ਲਿਓ, ਜਿਹੜੀਆਂ ਪਹਿਲੀਆਂ ਤਿੰਨ ਨੇ ਉਹ ਜ਼ਿਆਦਾ ਇੰਪੋਰਟੈਂਟ ਨੇ, ਉਹਨਾਂ ਤੇ ਜ਼ਿਆਦਾ ਜ਼ੋਰ ਦੇਣਾ, ਬਟ ਕਰਨੀ ਇਹ ਵੀ ਹੈ, ਇਹ ਵੀ ਆ ਸਕਦੀ ਹੈ, ਕੋਈ ਅਜਿਹੀ ਗੱਲ ਨਹੀਂ ਕਿ ਬਿਲਕੁਲ ਨਹੀਂ ਆਏਗੀ, ਕਰਨੀ ਜ਼ਰੂਰ ਹੈ, ਬਟ ਪਹਿਲੀਆਂ ਤਿੰਨ ਤੇ ਜ਼ਿਆਦਾ ਜ਼ੋਰ ਦੇਣਾ। ਸੋ ਇਹ ਸੀ ਆਪਣੀ ਯੂਨਿਟ ਨੰਬਰ 21। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਜੇਕਰ ਵੀਡੀਓ ਵਿੱਚ ਕੁਝ ਸਮਝ ਨਾ ਆਵੇ ਤਾਂ ਵੀਡੀਓ ਨੂੰ ਇੱਕ ਵਾਰ ਦੁਬਾਰਾ ਦੇਖਿਆ ਕਰੋ, ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕੋਈ ਪ੍ਰੋਬਲਮ ਨਹੀਂ। ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਬਾਏ ਮੈਸੇਜ। ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।